ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਈਨਿੰਗ ਵਾਲੀਆਂ ਥਾਵਾਂ ਤੇ ਦੌਰਾ ਕੀਤਾ, ਜਿੱਥੇ ਉਹਨਾਂ ਨੂੰ ਕੁਝ ਵੀ ਗੈਰ ਕਾਨੂੰਨੀ ਨਹੀਂ ਮਿਲਿਆ। ਸਗੋਂ ਉੱਥੇ ਰਾਜ ਸਰਕਾਰ ਵੱਲੋਂ ਨਿਰਧਾਰਿਤ 5.50 ਪ੍ਰਤੀ ਕੀਮਤਾਂ ਮੁਤਾਬਿਕ ਰੇਤਾਂ ਵੇਚੀਆਂ ਜਾ ਰਹੀਆਂ ਹਨ। ਉੱਥੇ ਹੀ ਆਪ ਆਗੂਆਂ ਨੂੰ ਸਖਤ ਚੇਤਾਵਨੀ ਦਿੰਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਜ਼ੀਦ ਆਪਣੇ ਸਿਆਸੀ ਹਿੱਤਾਂ ਦੇ ਬੇਬੁਨਿਆਦ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਗਰ ਰੇਤੇ ਦੀ ਖੱਡ ਦੇ ਉੱਤੇ ਤੁਸੀਂ ਆਏ ਹੋ, ਕੱਲ ਰਾਘਵ ਚੱਡਾ ਤੁਹਾਡੇ ਹਲਕੇ ਦੇ ਵਿੱਚ ਆ ਕੇ ਇਹ ਚੈਲੰਜ ਕਰਕੇ ਗਏ ਨੇ ਵੀ ਤੇ ਰੇਤਾ ਮਹਿੰਗਾ ਵਿਕਦਾ ਹੈ, ਮਾਈਨਿੰਗ ਇਲੀਗਲ ਹੁੰਦੀ ਹੈ, ਕੀ ਕਹਿਣਾ? ਅੱਜ ਮੈਂ ਖਾਸ ਤੌਰ ਤੇ ਇਹੀ ਚੀਜ਼ ਦੇਖ ਕੇ ਆਇਆ। कल आम आदमी वालियां ने रौला पाया कि रेता महंगा बिकता है या गलत बिकता है। ये साडे हलके च जिहड़ियां दरिया ते खड्डां चल रही हैं, ये टोटली लीगल है, ये कागज बिल्कुल सही है। सरकार वालों इत्थे बकवाया जा रहा है, हर 5.5 रुपए बेचा जा रहा है। कल भी उन्होंने सारे ट्रकों नूं पुछया, अज जिन्ने इत्थे ट्रक है मैं सारिआं नूं सौं खिला के पुछया कि रेट दसो क्या है। 5.5 रुपए रेट बिकदा। कल भी उन्होंने एक भी बंदे ने उन्होंने जोर ला लिया, ये नहीं कोई किसी ने कहा कि 5.5 तो ज्यादा रेता बिकदा। अज पंजाब दे विच 5.5 रुपए दरिया ते रेट है, उस तो बाद ट्रांसपोर्ट दे पैसे पै के बंदे दे घर पैंदा है, जिन्नी ट्रांसपोर्ट पैंदी है। सो मैं पंजाब बसियां नूं दसना चाहुंदा कि कुछ लोग दिल्ली तो आके आ कोई ਚੱਡਾ है, ਇਹ ਚੱਡਾ ਹੀ ਆ ਉਹਦਾ ਨਾਮ, ਰਾਘਵ ਚੱਡਾ, ਉਹ ਦਿੱਲੀ ਤੋਂ ਆਇਆ ਹੈ, ਇੱਥੇ ਖਲਲ ਪਾਉਂਦਾ ਬਿਨਾਂ ਮਤਲਬ ਤੇ ਆ ਕੇ। 2-3 ਦਿਨ ਉੱਥੇ ਦੇ ਸ਼ਸ਼ੋਦੀਆ ਜੀ ਆ ਕੇ ਸਾਡੇ ਸਕੂਲਾਂ ਵਿੱਚ ਘੁੰਮ ਕੇ ਗਏ ਹੈ। ਇਹ ਅਨਥਰਾਈਜ਼ਡ ਬਿਨਾਂ ਪੁੱਛੇ ਬਿਨਾਂ ਸਾਡੀ ਇਜਾਜ਼ਤ ਤੋਂ ਧੱਕੇ ਨਾਲ ਵੜ ਕੇ ਪੰਜਾਬ ਦੇ ਵਿੱਚ ਖਲਲ ਪਾ ਰਹੇ। ਮੈਂ ਕਹਿਣਾ ਕਿ ਸਾਡਾ ਕੋਈ ਨੌਜਵਾਨ, ਸਾਡਾ ਕੋਈ ਐਮਐਲਏ, ਸਾਡਾ ਕੋਈ ਐਮਪੀ, ਕੋਈ ਆਮ ਆਦਮੀ ਪਾਰਟੀ ਦਾ ਬੰਦਾ ਖੱਡ ਪਰ ਆ ਕੇ ਪਤਾ ਕਰੇ। ਅਸੀਂ ਓਪਨ ਕੀਤਾ ਹੋਇਆ ਕਿ ਵੀਡੀਓ ਬਣਾਓ, ਜੇ ਕੋਈ ਗਲਤ ਕੰਮ ਹੁੰਦਾ ਹੈ ਤਾਂ ਅਸੀਂ ਸਜ਼ਾ ਦੇਵਾਂਗੇ। ਲੇਕਿਨ ਇਹ ਜਿਹੜੇ ਬਾਹਰੋਂ ਬੰਦੇ ਆ ਕੇ ਬਿਨਾਂ ਮਤਲਬ ਬਿਨਾਂ ਕਿਸੇ ਕਾਰਨ ਖਲਲ ਪਾਉਂਦੇ ਆ, ਇਹ ਆਪਣਾ ਉੱਥੇ ਦਿੱਲੀ ਸੰਭਾਲ ਲੈਣ, ਆਪਣੇ ਸੂਬੇ ਸੰਭਾਲ ਲੈਣ, ਜਿੱਥੇ ਯੂਪੀ ਬਿਹਾਰ ਦੇ ਹੈਗੇ ਆ। ਸਾਡੇ ਪੰਜਾਬ ਦੇ ਵਿੱਚ ਖਲਲ ਨਾ ਪਾਉਣ। ਸਾਡੀਆਂ ਸਾਰੀ ਇਹ ਜਿੰਨੀ ਰੇਤਾ ਚੱਕ ਹੋ ਰਿਹਾ ਸਾਰਾ ਲੀਗਲ ਹੈ। ਅੱਜ ਕੱਲ ਇਲੀਗਲ ਦੀ ਲੋੜ ਹੀ ਨਹੀਂ, ਰੇਟ ਹੀ 5.5 ਰੁਪਏ ਹੋ ਗਿਆ ਹੈ, ਤੇ 5.5 ਰੁਪਏ ਨਾਲ ਜਦ ਰੇਤਾ ਸਸਤਾ ਮਿਲ ਰਿਹਾ ਹੈ ਤਾਂ ਇਲੀਗਲ ਕਿਉਂ ਵੇਚੇਗਾ ਕੋਈ? ਇਸ ਕਰਕੇ ਇਹ ਖੱਡਾਂ ਬਿਲਕੁਲ ਲੀਗਲ ਹੈ। ਬਿਨਾਂ ਕਾਰਨ ਬਦਨਾਮ ਕਰਨ ਦੀ ਕੋਸ਼ਿਸ਼, ਜਿਹੜੇ ਝੂਠੀਆਂ ਅਫਵਾਹਾਂ ਉਡਾਉਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਬਾਹਰੋਂ ਆ ਕੇ ਬੰਦੇ ਕਰਦੇ, ਉਹ ਅਸੀਂ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕਰਨੇ। ਅੱਗੇ ਨੂੰ ਕਿਤੇ ਵੀ ਮੈਂ ਅੱਜ ਉਹਨਾਂ ਨੂੰ ਰਿਕੁਐਸਟ ਕਰ ਰਿਹਾ, ਹੱਥ ਜੋੜ ਕੇ ਆਮ ਆਦਮੀ ਦੇ ਵਰਕਰਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰ ਰਿਹਾ ਕਿ ਆਪਣੇ ਬਾਹਰ ਤੋਂ ਜਿਹੜੇ ਬੰਦੇ ਆ ਕੇ ਤੁਹਾਨੂੰ ਡਿਕਟੇਟ ਕਰਦੇ ਆ, ਇਹਨਾਂ ਨੂੰ ਰੋਕੋ, ਨਹੀਂ ਤਾਂ ਅਸੀਂ ਬਾਹਰੋਂ ਆਏ ਬੰਦੇ ਤੇ ਕਾਰਵਾਈ ਕਰਾਂਗੇ ਜਿਹੜੇ ਨਜਾਇਜ਼ ਇੱਥੇ ਵੜਨਗੇ। ਇੱਥੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ। ਬਹੁਤ ਅੱਛਾ ਹੈ, ਅਸੀਂ ਸਹੀ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੇ ਹਾਂ। ਫਿਰ ਵੀ ਮੈਂ ਜਿਹੜੇ ਸਾਡੇ ਇੱਥੋਂ ਦੇ ਨੌਜਵਾਨ ਹੈ, ਇੱਥੋਂ ਦੇ ਕੋਈ ਆਮ ਆਦਮੀ ਪਾਰਟੀ 'ਚ ਹੈ, ਇੱਥੋਂ ਦਾ ਕੋਈ ਲੀਡਰ ਹੈ ਆਮ ਆਦਮੀ ਪਾਰਟੀ ਦਾ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਜਿੱਥੇ ਮਰਜ਼ੀ ਆ ਕੇ ਚੈੱਕ ਕਰੋ, ਤੁਹਾਨੂੰ ਕੋਈ ਗਲਤ ਚੀਜ਼ ਮਿਲਦੀ ਹੈ ਸਾਡੇ ਨੋਟਿਸ 'ਚ ਲਿਆਓ, ਅਸੀਂ ਉਦੋਂ ਹੀ ਕਾਰਵਾਈ ਕਰਾਂਗੇ। ਜੰਗਲਾਤ ਵਿਭਾਗ ਦੇ ਇੱਕ ਰੇਂਜ ਅਫਸਰ ਦਾ ਲੈਟਰ ਜਿਹੜਾ ਹੈਗਾ ਲੈ ਕੇ ਰੌਲਾ ਪਾਇਆ ਵੀ ਉਹਦੀ ਟ੍ਰਾਂਸਫਰ ਕਰ ਦਿੱਤੀ, ਉਹਦੇ ਰੌਲਾ ਪਾਇਆ ਤਾਂ ਕਰਕੇ ਉਹਦੀ ਟ੍ਰਾਂਸਫਰ ਕਰ ਦਿੱਤੀ। ਤੁਸੀਂ ਉਸ ਤੋਂ ਜਿਹੜਾ ਬੰਦੇ ਦੀ ਟ੍ਰਾਂਸਫਰ ਕਰੀ ਹੈ, ਤੁਸੀਂ ਤਾਂ ਪੱਤਰਕਾਰ ਹੈ, ਉਹਦੇ ਘਰ ਜਾਓ, ਉਹਨੂੰ ਪੁੱਛੋ ਕਿ ਉਹਨੇ ਆਪ ਬਦਲੀ ਕਰਾਈ ਹੈ ਕਿ ਅਸੀਂ ਕੀਤੀ ਹੈ। ਔਰ ਜੰਗਲਾਤ ਦਾ ਇਹਦੇ ਨਾਲ ਸੰਬੰਧ ਕੋਈ ਨਹੀਂ ਹੈ। ਜੰਗਲਾਤ ਦੀ ਜ਼ਮੀਨ ਸਾਈਡਾਂ ਤੇ ਪੈਂਦੀ ਹੈ, ਉਹਦੇ 'ਚੋਂ ਰਸਤਾ ਲਿਆ ਜਾ ਸਕਦਾ ਹੈ, ਔਰ ਅਸੀਂ ਰਸਤੇ ਦੀ ਕੋਈ ਰੋਕ ਵੀ ਨਹੀਂ ਕਰਦੇ। ਮੇਨ ਗੱਲ ਹੈਗੀ ਹੈ ਕਿ ਦਰਿਆ ਦਾ ਚੱਕਣਾ ਦੇਖੋ, ਉਹ ਸਾਹਮਣੇ ਪੁਲ ਹੈ, ਤੁਸੀਂ ਉਹਦੇ ਦੇਖੋ, ਆਹ
ਵਿਚਲਾ ਜਿਹੜਾ ਢਾਂਗ ਹੈ ਇਹ ਪਾਣੀ ਨੂੰ ਰੋਕਦੀ ਹੈ। ਸਰਕਾਰ ਨੇ ਇਹਨੂੰ ਚੱਕਣ ਵਾਸਤੇ ਬੰਦੇ ਲਗਾਏ ਹੋਏ ਆ। ਉਸ ਦਾ 5.5 ਰੁਪਏ ਰੇਟ ਹੈ ਇੱਥੇ। ਭਰਾਈ ਵੀ ਹੈ ਇਹਦੇ ਵਿੱਚ। ਇਹ ਜ਼ਮੀਨ ਕਿਸੇ ਨਾ ਕਿਸੇ ਮਾਲਕਾਂ ਦੀ ਹੈ, ਮਾਲਕਾਂ ਨੂੰ ਵੀ ਪੈਸੇ ਮਿਲਦੇ ਆ, ਭਰਾਈ ਵੀ ਮਿਲਦੀ ਹੈ, ਠੇਕੇਦਾਰ ਨੇ ਕੰਡਾ ਲਗਾਇਆ ਹੋਇਆ ਹੈ। ਇਹ ਲੋਕ ਬਿਨਾਂ ਕਾਰਨ ਆ ਕੇ ਖੱਲਲ ਪਾ ਰਹੇ ਆ। ਇਸੇ ਤਰ੍ਹਾਂ ਤੁਸੀਂ ਇਹ ਦਰਿਆ ਨੂੰ ਦੇਖੋ, ਇਸ ਨੂੰ ਅਸੀਂ ਚੈਨਲਾਈਜ਼ ਕਰ ਰਹੇ ਹਾਂ, ਇਹਨੂੰ ਸਿੱਧਾ ਕਰ ਰਹੇ ਤਾਂ ਕਿ ਪਾਣੀ ਸਹੀ ਤਰੀਕੇ ਨਾਲ ਲੰਘ ਜੇ। ਨਹੀਂ ਇਹ ਪਾਣੀ ਸਾਡੇ ਚਮਕੌਰ ਸਾਹਿਬ ਹਲਕੇ ਦੇ ਪਿੰਡਾਂ ਨੂੰ ਮਾਰ ਕਰਦਾ ਹੈ। ਉਸ ਨੂੰ ਰੋਕਣ ਵਾਸਤੇ ਸਰਕਾਰ ਨੇ ਡੀਸਿਲਟਿੰਗ ਕਰਾ ਰਹੀ ਹੈ ਤੇ ਬਿਨਾਂ ਮਤਲਬ ਦੇ ਬਾਹਰੋਂ ਆ ਕੇ ਖੱਲੜ ਪਾਉਂਦੇ ਆ। ਤੇ ਚੱਡੇ ਵਰਗੇ ਦੱਸੋ ਤੁਸੀਂ ਇੱਥੇ ਆ ਕੇ ਮੁੱਖ ਮੰਤਰੀ ਕਿਵੇਂ ਬਣ ਜਾਓਗੇ? ਆਪਣੇ ਸੂਬਿਆਂ ਦੇ ਵਿੱਚ ਕੰਮ ਕਰੋ ਯਾਰ। ਕਰਦੇ ਕਿ ਐਵੇਂ ਇਹਨਾਂ ਲੋਕਾਂ ਤੇ ਹੈਰਾਨ ਹੈ। ਇਹ ਕੋਈ ਸਾਮਲੜ ਧਰਤੀ ਹੈ ਜਿਹੜਾ ਮਰਜੀ ਕੇ ਬਾਹਰੋਂ ਦੱਬ ਲੇਗਾ। ਤੁਸੀਂ ਕਾਲਾ ਅੰਗਰੇਜ਼ ਕਹਿਤਾ ਤਾਂ ਉਹ ਜ਼ਿਆਦਾ ਇੱਧਰ ਨੂੰ ਆ ਕੇ ਤੁਹਾਡੇ ਹਲਕੇ ਦੇਖੋ ਕਾਲੇ ਅੰਗਰੇਜ਼ ਦਾ ਮਤਲਬ ਕੀ ਹੈ? ਕਾਲੇ ਅੰਗਰੇਜ਼ ਦਾ ਮਤਲਬ ਇਹ ਹੈ ਕਿ ਅੰਗਰੇਜ਼ ਗੋਰੇ ਰੰਗ ਦੇ ਸੀ, ਉਹਨਾਂ ਨੇ ਇੰਗਲੈਂਡ ਤੋਂ ਆ ਕੇ ਬਾਹਰਲੇ ਦੇਸ਼ਾਂ ਤੋਂ ਆ ਕੇ ਹਿੰਦੁਸਤਾਨ ਤੇ ਰਾਜ ਕੀਤਾ। ਇਹਨਾਂ ਦਾ ਮੈਂ ਇੰਨਾ ਕਹਿਣਾ ਕਿ ਤੁਸੀਂ ਇੱਥੋਂ ਦੇ ਬਾਹਰਲੇ ਸੂਬਿਆਂ ਦੇ ਹੋ ਕੇ ਸਾਡੇ ਇੱਥੇ ਰਾਜ ਕਰਨਾ ਚਾਹੁੰਦੇ, ਇਸ ਕਰਕੇ ਮੈਂ ਇਹਨਾਂ ਨੂੰ ਕਾਲੇ ਅੰਗਰੇਜ਼ ਕਹਿੰਦਾ। ਜੇ ਇਹਨਾਂ ਨੂੰ ਲੱਗਦਾ ਕਿ ਕਾਲੇ ਨਹੀਂ ਕਹਿਣਾ ਤਾਂ ਮੈਂ ਇਹਨਾਂ ਨੂੰ ਚਿੱਟੇ ਅੰਗਰੇਜ਼ ਕਹਿ ਦਿੰਦਾ। ਆਏ ਤਾਂ ਬਾਹਰੋਂ ਹੀ ਹੈ ਨਾ, ਇਹ ਤਾਂ ਬਾਹਰਲੇ ਬੰਦੇ ਆ। ਬਾਹਰੋਂ ਆ ਕੇ ਕਿਉਂ ਇੱਥੇ ਸਾਡੇ ਰਾਜ ਕਰਨ ਤੇ ਸਾਡਾ ਜਿਹੜੀ ਹੈ ਉਹ ਸ਼ਾਂਤੀ ਹੈ ਉਹਨੂੰ ਭੰਗ ਕਰਨ। ਸੀਐਮ ਸਾਹਿਬ ਬਾਰ-ਬਾਰ ਤੁਹਾਡੇ ਹਲਕੇ ਨੂੰ ਟਾਰਗੇਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ। ਤੁਸੀਂ ਸਾਰੇ ਪੰਜਾਬ ਦੀ ਬਜਾਏ ਤੁਹਾਡੇ ਹਲਕੇ ਨੂੰ ਟਾਰਗੇਟ ਕਰਦੇ ਹੋ। ਹੁਣ ਮੈਂ ਇੱਕ ਹਲਕੇ ਦਾ ਸੀਐਮ ਨਹੀਂ ਹੈ, ਮੈਂ ਪੂਰੇ ਪੰਜਾਬ ਦਾ ਸੀਐਮ ਹੈ। ਮੈਂ ਕਹਿੰਦਾ ਜੇ ਕੋਈ ਕਮਲੇ ਤੇ ਕਮਲਾ ਬੰਦਾ ਵੀ ਹੋਵੇ, ਉਹਨੇ ਵੀ ਜੇ ਕਰਪਸ਼ਨ ਕਰਨੀ ਹੋਵੇ ਤਾਂ ਇੱਥੇ ਆਹੀ ਖੱਡ ਰਹੇਗੀ ਯਾਰ। ਸਾਰੇ ਪੰਜਾਬ ਦੇ ਵਿੱਚ ਕਿੰਨੀਆਂ ਖੱਡਾਂ ਜੇ ਗਲਤ ਕਰਨਾ ਹੋਵੇ, ਐਸੀ ਕੁਝ ਵੀ ਗਲਤ ਨਹੀਂ ਕਰਦੇ। ਇਹ ਖੱਡ ਬਿਲਕੁਲ ਲੀਗਲ ਹੈ, ਵੇਲੇ ਵਾਲੀ ਬਿਲਕੁਲ ਖੱਡ ਲੀਗਲ ਹੈ, ਇਹ ਖੱਡ ਲੀਗਲ ਹੈ। ਇੱਕ ਮੈਂ ਹੋਰ ਤੇ ਜਾਣਾ ਉਹ ਵੀ ਖੱਡ ਲੀਗਲ ਹੈ। ਮੇਰਾ ਇੱਕੋ ਮਕਸਦ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੇਤਾ ਸਸਤਾ ਮਿਲੇ। ਮੈਂ ਤਾਂ 5.5 ਵੀ ਨਹੀਂ ਕਰਨਾ ਚਾਹੁੰਦਾ, ਮੈਂ ਫ੍ਰੀ ਚ ਕਰਨਾ ਚਾਹੁੰਦਾ। ਲੇਕਿਨ ਪਿਛਲੀ ਸਰਕਾਰ ਨੇ ਦਾ ਕਾਨੂੰਨ ਬਣਾ ਕੇ ਇੱਕ ਕੰਟਰੈਕਟ ਕੀਤਾ ਹੋਇਆ ਜਿਹੜਾ 31 ਮਾਰਚ ਤੱਕ ਹੈ। ਮੈਂ ਜੇ ਹੁਣ ਇਹਨੂੰ ਖਤਮ ਸਿੱਧੇ ਤਰ੍ਹਾਂ ਫ੍ਰੀ ਕਰ ਦਿੰਦਾ ਉਹਨਾਂ ਨੇ ਸਟੇ ਲੈ ਕੇ ਆ ਜਾਣੀ ਸੀ, ਪਰ ਮੈਂ ਉਹਨਾਂ ਨੂੰ ਜ਼ੋਰ ਲਾ ਕੇ 9 ਰੁਪਏ ਤੋਂ 5.5 ਰੁਪਏ ਲਿਆਂਦਾ। ਉਹ 9 ਦੀ ਜਗ੍ਹਾ 16 ਵੇਚਦੇ ਸੀ, ਉਹ ਵੀ ਖਤਮ ਕੀਤਾ। ਹੁਣ 22 ਰੁਪਏ ਰੇਤਾ ਵਿਕਦਾ 5.5 ਰੁਪਏ ਵਿਕਣ ਲੱਗਿਆ। ਇਹ ਤਾਂ ਇਹ ਜਿਹੜੇ ਚੱਡੇ ਚੁੱਡੇ ਆਂਦੇ ਇਹਨਾਂ ਨੂੰ ਇੱਥੇ ਸ਼ੁਕਰ ਕਰਨਾ ਚਾਹੀਦਾ ਕਿ ਇੱਥੇ ਜੇ ਰੇਤਾ ਸਸਤਾ ਮਿਲਣ ਲੱਗ ਗਿਆ ਤੇ ਇਹਨਾਂ ਦੇ ਸੂਬਿਆਂ ਵਿੱਚ ਵੀ ਸਸਤਾ ਜਾਏਗਾ ਰੇਤਾ। ਬਹੁਤ ਧੰਨਵਾਦ। ਸੀਐਮ ਸਾਹਿਬ ਇੱਕ ਆਖਰੀ ਸਵਾਲ ਹੈ, ਕੈਪਟਨ ਅਮਰਿੰਦਰ ਸਿੰਘ ਤੇ ਟੀਮ ਸੇ ਹੋਰੀ ਕੋਲੈਬੋਰੇਸ਼ਨ ਕਰ ਰਹੇ ਨੇ ਆਪਣੀ ਇਹ ਪ੍ਰੈਸ ਕਾਨਫਰੰਸ ਨਹੀਂ ਹੈ, ਇਹ ਤਾਂ ਤੁਸੀਂ ਬੜੇ ਤੇਜ਼ ਬੰਦੇ ਹੋ, ਮੇਰਾ ਪਿੱਛਾ ਕਰ ਲੈਂਦੇ ਹੋ। ਤੁਸੀਂ ਆ ਕੇ ਪਿੱਛਾ ਕਰਕੇ ਜਦੋਂ ਮੈਂ ਵੱਖਰੀਆਂ ਗੱਲਾਂ ਕਰਾਂਗਾ ਵੱਖਰੀ, ਅੱਜ ਮੈਂ ਰੇਤੇ ਬਾਰੇ ਗੱਲ ਕਰਦਾ। ਠੀਕ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ਵਿੱਚ ਸ਼ਾਮਿਲ ਹੋਏ ਨੇ। ਦੱਸ ਦਈਏ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ 'ਚ ਗੈਸਟ ਟੀਚਰਾਂ ਦੇ ਧਰਨੇ 'ਚ ਪਹੁੰਚੇ। ਗੈਸਟ ਟੀਚਰਾਂ ਨੇ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨਾ ਲਗਾਇਆ ਹੋਇਆ ਸੀ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਧਰਨੇ ਵਿੱਚ ਪਹੁੰਚਣ ਦੀ ਜਾਣਕਾਰੀ ਟਵਿੱਟਰ ਕਰ ਦਿੱਤੀ ਸੀ। ਧਰਨੇ ਵਿੱਚ ਪਹੁੰਚਦੇ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਸਰਕਾਰ ਉੱਤੇ ਵਾਅਦਾ ਖਿਲਾਫ ਦਾ ਦੋਸ਼ ਲਗਾਇਆ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਪੰਜਾਬ ਕਾਂਗਰਸ ਵਿੱਚ ਖੁੱਲ੍ਹੀ ਜੰਗ ਚੱਲ ਰਹੀ ਸੀ। 2 ਦਿਨ ਪਹਿਲਾਂ ਦਿੱਲੀ ਦੇ ਸਿੱਖਿਆ ਮੰਤਰੀ
ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚੈਕਿੰਗ ਕੀਤੀ ਸੀ, ਜਿਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਦਿੱਲੀ सरकार खिलाफ मोर्चा खोल तुर पे हैं। हम सब पंजाब वालों को पक्का कर देंगे भैया। यहाँ पे 20,000 टीचर की वैकेंसी खाली पड़ी है। जितने भी ये गेस्ट टीचर्स हैं इनको ये डेली वेजेस में रखे हुए हैं। 15 दिन के बाद ये कॉन्ट्रैक्ट रिन्यू करता है और वहाँ जाके टिका के झूठ बोलता है, सफेद झूठ बोलता है। सर हम डीएसएसपी पे अप्लाई भी नहीं कर सके क्योंकि हम ओवरेज हो चुके हैं, हमें कोई छूट नहीं मिली, हम इसलिए रोड पे हैं। प्लीज हेल्प। और सुनो दिल्ली में 1,000 से ज्यादा स्कूल है, सिर्फ 196 में प्रिंसिपल है, सिर्फ 196 में प्रिंसिपल है, बाकी स्कूलों में प्रिंसिपल नहीं है। और जो मैनेजमेंट कमेटीज हैं 5 लाख रुपए इनके कार्यकर्ता को जाते हैं, प्रिंसिपल को नहीं जाते। सर किस बात की चौधर करता है, किस बात की दलीलें देते हैं? मैं आज इनका पूरी तरह से पर्दाफाश करूंगा। दिल्ली में अगर इन्होंने एक बस बढ़ाई हो तो मुझे बोले, एक कॉलेज खोला हो तो मुझे बोले, नहीं खोला। उसके बावजूद चोरी और सीना चोरी, मतलब एक माया जाल बिछा रखा है और उस माया जाल को भेदने आज नवजोत सिंह सिद्धू आया। बहुत बढ़िया माया जाल मैं भेद रहा हूँ आज, क्योंकि जो मैंने आज ट्विटर पे भी डाला है वो फैक्ट्स एंड फिगर्स डाले। मैंने ये कहा है कि भाई साहब आपके 800 से ज्यादा स्कूलों में आपके प्रिंसिपल नहीं है। आपने 2013 में बोला था कि जितने कॉन्ट्रैक्ट पे लोग हैं मैं उनको पक्का करूंगा, बोला था कि नहीं बोला था? कॉन्ट्रैक्ट में लोग हैं उनको पक्का करूंगा। आपने कहा सर करूंगा नहीं, कर दिया है। और कहा कि मैं 8 लाख जॉब्स दूंगा। कितने जॉब्स दिए मालूम? कितने जॉब्स दिए? 440। 4 साल से सैलरी नहीं बढ़ी है। 440 जॉब्स दिए और कहा कि मैं 8 लाख जॉब्स दूंगा। तो क्या है, खोदा पहाड़ निकली चूहिया। लोग जो एक्सपेक्ट करते हैं ये अपना मॉडल दिखा के, आ रहे हो यार, नीचे बैठ के भी आ रहे हो। खोखला बांस की तरह खोखला मॉडल दिखा के पंजाब में बातें करते हैं ऊंची ऊंची, लेकिन बांस के दरख्त की तरह वो भीतर से खोखला है। ये जो इनका खोखलापन है ना, ये यहाँ दिख रहा है आज, ये यहाँ दिख रहा है आज। 22,000 गेस्ट टीचर और ये 22,000 गेस्ट टीचर रोडों पे है सर आज। सड़कों पे घूम रहे हैं और ये वहां जाके कहते हैं कि हम टीचर आपके सब पक्के कर देंगे, टंकियों से उतार लेंगे। अरे भैया तू अपना घर तो संभाल पहले, अपनी पीढ़ी थले तो सोटा मार ते फिर गल करी साडी। फिर कहता है कि महिला सशक्तिकरण करेंगे, 1,000 रुपए देंगे। अरे भाई दिल्ली में कितने 1,000 रुपए दिए आपने महिलाओं को? फिर आपकी कैबिनेट में एक भी महिला है? देखो दिल्ली में इसकी कैबिनेट में एक भी महिला है? तो फिर बात करते हो तुम, बात कैसे करते हो तुम? और हमारी महिलाओं को आत्मनिर्भरता चाहिए, तुम्हारी भीख नहीं चाहिए। हम उन्हें नौकरियां देना चाहते हैं, पांव पे खड़ा करना चाहते हैं। यही लड़ाई लड़ रहा था और 5 साल बाद तुम प्रकट हो गए पंजाब में। 4.5 साल कहाँ थे तुम जब हम वहाँ नशे के तस्करों के साथ लड़ रहे थे? तुम उनके आगे घुटने टेक के उनसे माफी मांग रहे थे। इसलिए केजरीवाल साहब आपके घर में आके आपको ललकार रहा है नवजोत सिंह सिद्धू, शेर की तरह दहाड़ रहा है नवजोत सिंह सिद्धू। बहुत बढ़िया। जवाब दे के दिखाओ। बहुत बढ़िया। बताइए मनीष जी। आज मीडिया की वैसा नहीं बात कर रहे हैं और कई तरह के पंजाब के जो सीएम हैं और शिक्षा मंत्री उनको नहीं सिर्फ एक बात और बोलना चाहेंगे यार ये रिकॉर्ड करा जरा, ये रिकॉर्ड करो गुरु, ये रिकॉर्ड करो, हम करेंगे उनसे डिबेट। रिकॉर्ड करो यार, खैर आ गया यार।
आगे जाओ महाराज, बैठो प्लीज, क्या आज आपको एक सच्चाई और बताते हैं। शिक्षा मंत्री और सीएम साहब के खिलाफ कोई भी प्रोटेस्ट करता है तो वो उनको नौकरियों से भी निकालते हैं। जो पंजाब जाकर ये कह रहे हैं कि टीचरों के हम बहुत अच्छे प्रेमी हैं, ये जीवन की सच्चाई है। और अगर डिबेट करने को सिसोदिया जी तैयार है तो ये दिल्ली का एक अतिथि अध्यापक वो बोल रहा है कि वो बताइए कब आना है, और पूरे पंजाब के टीचर्स को भी लेकर आइए आप कि सच्चाई क्या है दिल्ली के अंदर। अरविंद केजरीवाल जी, क्या रिएक्शन आपका? कृपया करके चलो पीछे, टीचर्स जो आए हैं ये कोई पार्टी के नहीं है, ये बात याद रखना। ये दिल्ली का एक अतिथि अध्यापक है। जब बोलोगे ये डिबेट के लिए भी तैयार है, क्योंकि इन्होंने अपना महत्वपूर्ण समय पूरे 7 से 8 साल तक आपके डिपार्टमेंट को दिया है, और आपने इनसे 7 साल पहले वादा किया था परमानेंट करने का। अपने वादे को पहले दिल्ली में पूरा कीजिए, उसके बाद पंजाब या गोवा में जाना, नहीं तो आपको बैठ जाओ। एक क्वेश्चन हो रहे हैं, पिछले 4 साल से दिल्ली में अतिथि शिक्षकों को 1 रुपया भी नहीं बढ़ाया है उन्होंने सैलरी के नाम पे, जबकि कोर्ट में साफ कहा है समान कार्य समान वेतन देंगे। और इनके विभाग ने भी 17 में कहा था कि अब ये बात अरे पूरा हाथ आ रहा है। आज से 5 साल आप बैठ जाओ, बैठ जाओ, आप बैठ जाओ। 2018 जगह अभी चाहिए ना। अरे लो ये कहा गया था कि गेस्ट टीचर्स को बराबर का वेतन दिया जाएगा। समान कार्य समान वेतन, एक सा वेतन दिया जाएगा। जितना वेतन रेगुलर टीचर्स को मिलता है उतना ही दिया जाएगा, और कॉन्ट्रैक्ट पे उनको रेगुलर किया जाएगा। एक पैसा दिया है। एक बात ये बताएं, मैं पंजाब में भी यही होता रहता हूँ कि बजटरी एलोकेशन करो और नीति योजनाबद्ध तरीके से विकास करो। तो बताओ आपकी कौन सी नीति है? ना नीति है ना नियत। मैं बताऊं कि नियत पे भी फर्क अगर आ जाए तो नजारा चाहे जन्नत का क्यों ना हो गर्क हो जाए। तुमने गर्क कर दिया। 22,000 गेस्ट टीचर्स को तुमने बंधुआ मजदूरों की तरह रखा। दिहाड़ी मजदूरी की सैलरी मिलती है, तैयारी करवा रहे हो तुम। पहले अपना घर संभालो। पिछले चुनावों में पंजाब में बोर्ड लगा दिए थे कि हमने गैस टीचर की सैलरी डबल कर दी। पंजाब इलेक्शन में ये बोर्ड लगवा दिए थे कि हमने गैस टीचर थोड़ा पीछे आ जाओ। तुमने उनको 15 दिन के बाद कॉन्ट्रैक्ट रिन्यू किए उनके पीछे हो जाओ। तुमने तनख्वाह बढ़ाई समझा। इसलिए पहले अपना घर ठीक करो, मीडिया वाले फिर आगे बात करो। हमारा माया का रेत का घर थोड़ा मैन चेहरा एक क्वेश्चन मेरा भी है भाई साहब, एक क्वेश्चन मेरा भी है। मैं नेशनल एसोसिएशन से हूँ, पूरे देश में अध्यक्ष हूँ महेश चौहान। मैं आपसे सर ये पूछता हूँ कि पंजाब में कई सालों से अध्यापक आप सबके द्वार पर खड़े हैं, पिछले कई दिनों से हमारे और आपने कहा था कि हम उनकी समस्या को सुनेंगे। सर आपकी जो उनकी समस्या है सर कब सुनेंगे बताओ? मैं उनकी समस्या पूरी तरह से रोज सुनता हूँ। मैं अपनी सरकार से भी सवाल करता रहा हूँ और ये कहता रहा हूँ कि जब तक हमारी इनकम नहीं बढ़ेगी माइक आगे वो जो 1,000 करोड़ में पूरे हो सकते हैं और ये जो जितने भी निर्णय हैं वो सारे खत्म हो सकते हैं। मैं उनके पक्ष में उनके साथ खड़ा होकर बोलता हूँ, इसलिए मैं यहाँ पे भी आया हूँ। जब तक पॉलिसी नहीं बनेगी, ये भी मांग कर रहे हैं, वही मेरी मांग है। जब तक और प्रगट सिंह मेरा भाई जबरदस्त पॉलिसी बना रहा है, हम ऐसी शुरुआत करेंगे कि ना यहाँ कोई प्रॉब्लम रहेगी ना वहाँ कोई प्रॉब्लम रहेगी, और वो बजटरी एलोकेशन से होगा, 20 साल की रिसर्च से होगा,
जब आप जुगाड़ लगाते हो, स्कीमें निकालते हो, तो वो फिर औंधे मुंह गिरती। वो टेम्परेरी इलाज है। परमानेंट इलाज अगर करना है तुमने तो वो पॉलिसी से होगा, बजटरी एलोकेशन से होगा। तुमने वायदा किया 5 साल पहले कि समान वेतन दूंगा, उसी से सम्मान मिलता या क्या समान वेतन 15 दिन के बाद तुम कॉन्ट्रैक्ट रिन्यू करते हो और उनको दिहाड़ी करवाते हो और फिर तुम आगे पंजाब में बड़े बड़े लेक्चर देते हो। अपना रोग बढ़ता जाए, दूसरों को दबा। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਸਮੀ ਤੌਰ ਉਤੇ ਆਪਣੀ ਨਵੀਂ ਸਿਆਸੀ ਪਾਰਟੀ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਆਪਣੇ ਪਾਰਟੀ ਦਫ਼ਤਰ ਦਾ ਅੱਜ ਚੰਡੀਗੜ੍ਹ ਵਿੱਚ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਭਾਜਪਾ ਦੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਚੋਣਾਂ ਲੜੇਗੀ ਤੇ ਪੰਜਾਬ ਵਿੱਚ ਸਰਕਾਰ ਬਣਾਵੇਗੀ। ਉਹਨਾਂ ਨੇ ਕਿਹਾ ਕਿ ਮੈਂਬਰਸ਼ਿਪ ਮੁਹਿੰਮ 10 ਦਿਨਾਂ ਤੋਂ ਸ਼ੁਰੂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋਣਗੇ ਤੇ ਮੁੱਖ ਮੰਤਰੀ ਹੁੰਦਿਆਂ ਹੋਈ ਆਪਣੇ ਉਹਨਾਂ ਨੇ 92% ਚੋਣ ਵਾਅਦੇ ਪੂਰੇ ਕੀਤੇ ਹਨ। Look, in principle decisions हो गए हैं. Now it is only seat adjustment. Seat adjustment वास्ते we will go. Let us our office. Captain sir, I can't tell you number. I can't say कि साढ़े 10 आउणगे या साढ़े 50 होणगे या 100 होणगे. मैं तो ये दस सकता कि मेरी रिक्वेस्ट होगी टू बोथ पार्टीज, लेट अस पिक विनर्स। अगर ढींडसा साहब का विनर है मैं सपोर्ट करूंगा और बीजेपी भी करूंगी, आई एम श्योर। अगर बीजेपी का कैंडिडेट है सारे रल के करेंगे, साडा कैंडिडेट होएगा आई एम श्योर उन्होंने रल के सारे रल करेंगे, बिकॉज सारे का मुद्दा एक है, अब पंजाब जितना एंड पंजाब असीं जितांगे। First, you stop shooting my soldiers, then we talk about trade. ਕੈਪਟਨ ਸਾਹਿਬ ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਰਹੇਗਾ, ਕੋਈ ਇਸ ਬਾਰੇ ਗੱਲ ਹੋ ਰਹੀ ਹੈ? ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋਏਗਾ? ਤੁਹਾਡੀ ਲੀਡਰਸ਼ਿਪ ਇਹ ਦਿਸ ਇਜ਼ ਅਪ ਟੂ ਦ ਕੰਬਾਈਨਡ, ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ। ਐ ਨਹੀਂ ਕੋਈ ਕਰ ਸਕਦਾ। ਕੈਪਟਨ ਸਾਹਿਬ ਜਿਹੜੇ ਤੁਹਾਡੇ ਕੈਪਟਨ ਸਾਹਿਬ 4.5 ਸਾਲ ਜਿਹੜੇ ਤੁਹਾਡੀਆਂ ਖੱਬੀਆਂ ਸੱਜੀਆਂ ਬਾਹਾਂ ਰਹੇ ਨੇ ਤੇ ਰਾਈਟ ਹੈਂਡ ਰਹੇ ਨੇ, ਉਹ ਕਦੋਂ ਕੁ ਤੁਹਾਡੇ ਨਾਲ ਦੇਖਣ ਨੂੰ ਮਿਲਣਗੇ? ਕਿਹੜੀਆਂ ਕਦੀਆਂ ਜਿਹੜੇ ਕभी ਕੋਈ ਸੱਜੇ ਹੋ ਗਈ ਸੱਜੇ ਕੋਈ ਨਹੀਂ ਜਿਹੜੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਜਿਹੜੇ ਗੱਲ ਸਾਡੇ ਕੋਲ ਵੀ ਹਮ ਲੋਗ ਜ਼ਿਆਦਾ ਬਾਬਾ ਜੀ ਉਹ ਖੜੇ ਨੇ ਲੁਕਿੰਗ ਆਫਟਰ ਅੰਮ੍ਰਿਤਸਰ, ਮੈਨੂੰ ਕਹਿੰਦੇ ਸੀ ਹੁਣ ਬਾਹਰ ਕੈਂਡੀਡੇਟ ਹੋ ਗਏ ਸਾਡੇ ਕੋਲ। So I said doesn't matter, you keep them on there, we will then election committee बैठेगी, they will choose। लेकिन तुसी गल कर रहे हो MLA और MP जो सिटिंग ने ਉਹਨਾਂ ਨੂੰ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਬੱਚਾ ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਕਰਨਗੇ। ਉਸ ਦਿਨ ਹੀ ਉਹਨਾਂ ਦੇ ਸਾਰੇ ਫੰਡ ਫੋੜ ਬੰਦ ਕਰ ਦੇਣਗੇ, ਪ੍ਰੋਜੈਕਟ ਬੰਦ ਹੋ ਜਾਣਗੇ, ਜੈਸੇ ਮੇਰੇ ਕਰਕੇ ਪਟਿਆਲੇ कैप्टन साहब कितने एमएलए कितने वॉइसेस इन कांग्रेस पार्टी आफ्टर सिंधिया नो पाकिस्तान स्टेटमेंट, some of the leaders have started resigning from the Congress party. Will you take those leaders in your party's fold? We will take people who we want, we think can fit our ideology and the way they are with us। उस तरीके नाल ਅਸੀਂ ਉਹਨਾਂ ਨੂੰ ਲੈਣ ਨੂੰ ਤਿਆਰ ਹੈ। ਇਹ ਨਹੀਂ ਕਿ ਜਿਹੜੇ ਕਾਂਗਰਸ ਕਰ ਲੈਣ ਅਸੀਂ ਉਹਦੇ ਸ਼ਾਮਲ ਕਰ ਲਈਏ। We will see। सिद्धू is saying कि 35 मैं कहती मैं बदल देने नहीं अपनी सीटां तो थोड़ा क्या है कि 35 से 35 ਅਸੀਂ ਲੈ ਲਾਂਗੇ। मेरे 2-3 क्लिप ਅਸੀਂ छोड़ के लगा मेरे 2-3 क्लिप मार रहे कैमरे प्रॉब्लम आ क्या करूं? 2-3 क्लिप मार रहे कैमरे में डाल I can't tell you now अमित शाह दी मैं लगा राजस्थान में पता नहीं कितने ਜਦੋਂ ਉੱਥੋਂ ਉਹਨਾਂ ਦੇ ਸਾਨੂੰ should be prepared and they are prepared। अमित शाह जी ਨਾਲ ਨਹੀਂ I think एक 2 चैनल पे बैठ में कैमरे प्रॉब्लम आ गई एंड स्टेट ਦੇ ਇੰਚਾਰਜ ਨੇ ਕੋਈ I don't know the setup ਮੈਨੂੰ ਪਤਾ ਨਹੀਂ, ਪਰ ਮੇਰਾ ਹੁਣ ਤਾਈਂ ਇਹ ਜਿਹੜੀ ਗੱਲ ਹੋਈ ਹੈ ਦੋ ਬੰਦਿਆਂ ਨਾਲ, ਇੱਕ ਹੋਮ ਮਿਨਿਸਟਰ ਨਾਲ ਫਿਰ ਪ੍ਰਾਈਮ ਮਿਨਿਸਟਰ ਨਾਲ, ਬਟ ਦੈਟਸ ਆਲ। ਬਟ ਮੈਂ ਮਿਲੂਗਾ ਸਾਰਿਆਂ ਨੂੰ। ਤੁਹਾਡੀ ਲੀਡਰਸ਼ਿਪ ਦੇ ਵਿੱਚ ਹੀ ਇਲੈਕਸ਼ਨ ਲੜਿਆ ਨਹੀਂ ਆਈ ਕਰ ਸਕਦਾ, ਇਹ ਨਹੀਂ ਮੈਂ ਕਰ ਸਕਦਾ। ਇਹ ਤਾਂ ਜਦੋਂ ਪੰਜੋ ਅਸੀਂ ਤਿੰਨੋਂ ਪਾਰਟੀਆਂ ਇਕੱਠੀਆਂ ਹੋਣਗੀਆਂ ਫਿਰ ਇਹ ਗੱਲਾਂ ਸਾਹਿਬ ਮਨਾ ਕਰ ਰਹੇ ਨੇ ਜੀ ਬੀਜੇਪੀ ਨਾਲ ਸਾਡਾ ਕੋਈ ਗੱਠਜੋੜ ਹੀ ਨਹੀਂ ਹੈ। ਇਹਦੇ ਨਾਲ ਬੀਜੇਪੀ ਦੇ ਨਾਲ ਵੀ ਅਸੀਂ ਕੋਈ ਗੱਠਜੋੜ ਨਹੀਂ ਕਰਨਾ ਹੈਗਾ, ਸਿਰਫ ਸਪੈਕੂਲੇਸ਼ਨ ਨੇ। स्पेकुलेशन
बीजेपी ने ਇਹ ਪਤਾ ਨਹੀਂ ਫਿਰ ਢੀਂਡਸਾ ਸਾਹਿਬ ਕੀ ਕਹਿੰਦੇ ਨੇ ਮੈਨੂੰ ਤਾਂ ਜੋ ਹੋਮ ਮਿਨਿਸਟਰ ਨੇ ਕੱਲ ਅਨਾਉਂਸ ਕੀਤਾ ਹੈ ਇਨ ਦਿਸ HT ਸਮਿਟ ਉਹਨਾਂ ਨੇ ਕਲੀਅਰਲੀ ਕਿਹਾ ਕਿ ਸਾਡੀ ਅੰਡਰਸਟੈਂਡਿੰਗ ਹੋ ਰਹੀ ਹੈ ਮੇਰੀ ਐਂਡ ਵੈਰੀ ਕਲੋਜ਼ ਟੂ ਅੰਡਰਸਟੈਂਡਿੰਗ ਵਿਦ ਸਾਡੀ ਪਾर्टी और ढींडसा साहब। सर इसी से जुड़ा मेरा सवाल है, क्या आने वाले एक हफ्ते के भीतर औपचारिक ऐलान हो जाएगा कि बीजेपी कितनी सीटों पे लड़ेगी और आपकी पार्टी कितने पे और ढींडसा साहब की कितनी पार्टी कितनी सीटें? इट्स टू सून टू से। पहले तो मीटिंग होगी, मिल तो नहीं होंगे, मैं तो मिला भी नहीं किसी को कभी। आई हैव टू सिट विद द प्रेसिडेंट, आई हैव टू सिट विद द पंजाब इंचार्जेस, फिर ये बातें तो तब होंगी एक बार के कौन से। लेकिन मेरी रिक्वेस्ट जैसे मैंने की है, वी शुड गो ऑन सीट टू सीट बेसिस कि कोई केड़ी पार्टी के करेगी। ਕੈਪਟਨ ਸਾਹਿਬ ਪੰਜਾਬ ਦੇ ਵਿੱਚ ਕਿਉਂਕਿ ਕਿਸਾਨਾਂ ਦਾ ਐਜੀਟੇਸ਼ਨ ਅਜੇ ਜਾਰੀ ਹੈਗਾ, MSP ਦਾ ਇਸ਼ੂ ਹੈ ਤੇ ਜਿਹੜੇ ਕੇਸ ਰਜਿਸਟਰ ਹੋਏ ਉਹ ਵਾਪਸ ਲੈਣ ਦਾ ਇਸ਼ੂ ਹੈਗਾ, ਤੁਹਾਨੂੰ ਲੱਗਦਾ ਕਿ ਹੋਪਫੁਲ ਹੋ ਤੁਸੀਂ ਕਿ ਇਹ ਇਸ਼ੂ ਸਰ ਸਵਾਲ ਸੁਣ ਲਓ ਤੁਸੀਂ, ਇਹ ਇਸ਼ੂ ਇਲੈਕਸ਼ਨਸ ਤੋਂ ਪਹਿਲਾਂ ਰਿਜ਼ੋਲਵ ਹੋ ਜਾਏਗਾ ਔਰ ਕਿਉਂਕਿ ਬੀਜੇਪੀ ਨੂੰ ਲੈ ਕੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੈਗੀ ਹੈ ਉਹ ਕਨਵਿੰਸ ਕਿਵੇਂ ਕਰੋਗੇ? ਕਿਸਾਨਾਂ ਨੇ ਬੜੇ ਸਪਸ਼ਟ ਤਰੀਕੇ ਨਾਲ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਆਊਟਫਿਟ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ। ਇਹਨਾਂ ਦੀ ਜਿਹੜੀ ਸਮਝੌਤਾ ਹੈ ਇਸ ਵੇਲੇ ਇਟ ਇਜ਼ ਬਿਟਵੀਨ ਦ ਫਾਰਮ ਆਰਗੇਨਾਈਜੇਸ਼ਨ ਐਂਡ ਗਵਰਨਮੈਂਟ ਆਫ ਇੰਡੀਆ। ਤੋ ਇਹ ਸਵਾਲ ਮੈਨੂੰ ਨਾ ਪੁੱਛੋ, ਤੁਸੀਂ ਕਿਸਾਨਾਂ ਨੂੰ ਪੁੱਛੋ। ਜਿੱਥੇ ਤਾਂ ਇਹ ਇਸ਼ੂਜ਼ ਨੇ ਮੈਨੂੰ ਸਵਾਲ ਤੁਸੀਂ ਕੀਤਾ ਸੀ ਐਂਡ ਮੈਂ ਕਲੈਰਿਟੀ ਉਹ ਦੇ ਦਿੱਤੀ ਦੈਟ ਆਈ ਥਿੰਕ ਜਦੋਂ ਨੈਸ਼ਨਲ ਕਮਿਟਮੈਂਟ ਹੋ ਗਈ everyone should accept that because implement ਕਰਨ ਨੂੰ ਮੈਂ ਕਿੰਨੀ ਕਮਿਟਮੈਂਟਸ ਕਰ ਦਿੰਦੇ ਹੋਣੇ ਥੋੜਾ ਜਿਹਾ ਜਿਹੜੀ ਮੈਂ ਸਵੇਰੇ ਕਮਿਟਮੈਂਟ ਕੀਤੀ ਹੈ ਚੀਫ ਮਿਨਿਸਟਰ ਸ਼ਾਮ ਨੂੰ ਲਾਗੂ ਹੋ ਜਾਂਦੀ ਹੈ ਨੋ ਕਦੇ ਹਫਤਾ ਲੱਗ ਜਾਂਦਾ ਹੈ ਕਦੇ 10 ਦਿਨ ਲੱਗ ਜਾਂਦੇ ਨੇ these things take time। ਸਰ ਮੇਰਾ ਸਵਾਲ ਇਹ ਸੀਗਾ ਕਿ ਇਹ ਸੋਲੂਸ਼ਨ ਵੋਟਸ ਦੇ ਵਿੱਚ ਕਨਵਰਟ ਹੋਏਗਾ ਜਾਂ ਨਹੀਂ ਹੋਏਗਾ, ਇਹ ਮੈਂ ਕਹਿ ਰਿਹਾ। I can't say this ਸਾਲ ਦੀ ਕੈਂਪੇਨ ਸਟਾਰਟ ਹੋ ਰਹੀ ਹੈ ਲੇਕਿਨ ਮੈਨੂੰ ਇਹ ਹੈ ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਮੈਨੂੰ ਫੀਡਬੈਕ ਆਈ ਹੈ from the field both urban and rural they are very positive on our party ਔਰ ਇਹ ਜਿਹੜਾ ਗੱਠਜੋੜ ਅਸੀਂ ਸਾਡੀ ਆਪਣੀ ਪਾਰਟੀ ਨਹੀਂ ਲੇਕਿਨ ਤਿੰਨਾਂ ਨਾਲ ਬੜੀ ਸਾਡੀ ਦੇ ਲੁਕਿੰਗ ਫੋਰਥ ਕੰਬੀਨੇਸ਼ਨ ਜਿਹੜਾ ਹੈ ਇਹਨੂੰ ਹੁਣ ਪ੍ਰੋਮਿਨੈਂਸ ਦੇ ਰਹੀ ਹੈ। ਕੋਈ ਫਿਗਰ ਦੱਸ ਸਕਦੇ ਕਿੰਨੇ ਕਾਂਗਰਸ ਦੇ MLA ਅਸੀਂ ਐਕਸਪੈਕਟ ਕਰ ਰਹੇ ਹਾਂ ਜੀ, ਕਿੰਨੇ ਨਾ ਮੈਂ I tell you why ਤੁਸੀਂ ਮਾਂਜਾ ਬਣਾਉਣਾ ਨਾ 2 ਮਿੰਟ ਚ ਪ੍ਰੋਗਰਾਮ ਨਹੀਂ ਹੋਣੀ। सर साइड प्लीज साइड हो जाओ सर। मार दो ये क्लिक मार दो। पंजाब के सीएम चन्नी साहब का कहना है कि चन्नी साहब का कहना है कि पंजाब में वोट पाने पंजाब के 3 साल सारा लिखा है चन्नी का बयान आया That is Chinese views. I don't know who is destroying who. ਜਿਹੜਾ ਇਹਨਾਂ ਨੇ ਪੱਠਾ ਬਿਠਾਇਆ ਉਹਦੇ ਹੁਣ ਸਰਕਾਰ ਨੇ ਜੋ ਪੰਜਾਬ ਦੇ ਵਿੱਚ ਕਰ ਰਹੇ ਨੇ ਜੋ ਬੇੜਾ ਗਰਕ ਕਰਤਾ ਜੋ ਕਰਪਸ਼ਨ ਵਧੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਤੁਸੀਂ ਆਪ ਦੇਖੋ ਕੌਣ ਪੰਜਾਬ ਨੂੰ ਖਰਾਬ ਕਰ ਰਿਹਾ ਕੌਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਤੁਸੀਂ ਕਾਂਗਰਸ ਛੱਡੀ ਸੀ ਉਸ ਵੇਲੇ ਅੱਜ ਪੰਜਾਬ ਦੇ ਵਿੱਚ ਇੱਕ ਵਾਰ 150 ਟਿਫਨ ਬੰਬ ਮਿਲ ਰਹੇ ਨੇ क्लोजर भी मार दिए उसका क्लोजर भी मार दिए तो वैसे ठीक है सर साइड टिफिन बम ਕੈਪਟਨ ਸਾਹਿਬ ਇੱਕ ਵਾਰ ਫਿਰ ਤੋਂ ਟਿਫਨ ਬੰਬ ਮਿਲ ਰਹੇ ਨੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਕਾਂਗਰਸ ਛੱਡੀ ਸੀ ਉਸ ਵੇਲੇ ਕਿਹਾ ਜਾ ਰਿਹਾ ਸੀ ਕਿ ਜਦੋਂ ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਗਠਬੰਧਨ ਕਰਨਾ ਚਾਹੁੰਦੇ ਨੇ ਇਸ ਕਰਕੇ ਪੰਜਾਬ 'ਚ ਪਹਿਲਾਂ ਟਿਫਨ ਬੰਬ ਮਿਲਦੇ ਰਹੇ ਵੀ ਤੇ ਹੁਣ ਦੁਬਾਰਾ ਮਿਲਣੇ ਸ਼ੁਰੂ ਹੋ ਗਏ ਨੇ ਪਹਿਲਾਂ ਰੋਕ ਤੁਹਾਡੇ ਤੇ ਲੱਗਦੇ ਰਹੇ ਨੇ ਤੁਹਾਡੇ ਕੀ ਕਹਿਣਾ? अरे भाई ये तो कह रहे यू नो मैं बड़ा हैरान है थोड़े सारे दोस्तों में कदे तुम मैं अकालियों ਨਾਲ जोड़ देंगे हो कदे बीजेपी ਨਾਲ जोड़ देंगे मैं कदों एज चीफ मिनिस्टर मेरी ड्यूटी की सी तुम मैं सुनाओ
As Chief Minister, my duty is to get Punjab's work through. I have 2 jobs. One was general administration, which means very dealing with the Prime Minister. Home, which is the security matters. That is with the Home Minister. Do you think the Finance Minister doesn't go twice or thrice a month to see the Finance Minister? Ashuti Janda, Food Minister to visit 2-3 baar day. Agriculture Minister ki Janda October to visit. It is the duty of the government to do it. And I remember ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ ਮਿਸਿਸ ਪਟੇਲ ਨੇ ਅਸੈਂਬਲੀ ਦੇ ਵਿੱਚ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਅਗਰ ਕੋਈ ਲੋੜ ਪਵੇ ਤੁਹਾਨੂੰ ਸਾਡੀ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਤੋਂ ਕਰਾ ਲੈਂਦੇ ਕਹਿੰਦੇ ਬੀਬੀ ਜੀ ਤੁਸੀਂ ਬਸ ਕਰੋ ਮੇਰੇ ਤੁਹਾਡੇ ਪ੍ਰਾਈਮ ਮਿਨਿਸਟਰ ਤਾਂ ਮੇਰੀ ਉਹੀ ਬੜੀ ਮਦਦ ਕਰ ਰਹੇ ਨੇ ਤੁਸੀਂ ਰਹਿਣ ਦਿਓ ਅਸੀਂ ਆਪੇ ਠੀਕ ਹੈ ਫਿਰ ਅਸੀਂ ਗਏ ਪੀਐਮ ਕੋਲ and PM ਨੂੰ ਕਿਹਾ ਸੀ ਕਿ sir you are giving too much attention to these people ਜਿਹੜੇ ਆਉਂਦੇ ਨੇ ਸਾਡੇ ਪਾਰਟੀ ਦਾ ਨੁਕਸਾਨ ਹੈ you know what he answered he says Captain sir I am the Prime Minister of the country it is my duty same in the case of Mr. Modi it's his duty to support us and I can tell you now and ਤੁਸੀਂ ਵੀ ਜਾਣਦੇ ਹੋਗੇ ਕਿ ਕਦੇ ਸਾਨੂੰ ਨਾ ਨਹੀਂ ਕੀਤੀ on any issue they try to help us ਨਹੀਂ ਹੋ ਸਕਦੀ ਸੀ but ਜਿੱਥੇ ਹੋ ਸਕਦੀ ਸੀ we got full we are getting the Punjab government not me but now even Channi is getting full support from them. ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ ਦੀ ਦਹਿਸ਼ਤ ਫੈਲ ਰਹੀ ਹੈ। ਓਮਿਕਰੋਨ ਵਾਇਰਸ ਦੇ ਡਰ ਕਾਰਨ ਕਈ ਦੇਸ਼ਾਂ ਵਿੱਚ ਮੁੜ ਤੋਂ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਈ ਦੇਸ਼ਾਂ ਵੱਲੋਂ ਆਪਣੀ ਸਰਹੱਦਾਂ ਨੂੰ ਸੀਲ ਕਰਨ ਦੇ ਨਾਲ ਅੰਤਰਰਾਸ਼ਟਰੀ ਉਡਾਣਾਂ ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਹਾਲਾਂਕਿ ਇਸ ਵਿਚਾਲੇ ਓਮਿਕਰੋਨ ਨੂੰ ਲੈ ਕੇ WHO ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਵਿਸ਼ਵ ਸਿਹਤ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦਾ ਕੋਰੋਨਾ ਦਾ ਬਹੁਤ ਮਾਮੂਲੀ ਵਾਇਰਸ ਹੈ। ਇਸ ਸੰਬੰਧੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਵੱਲੋਂ ਖੋਜ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਨਵੇਂ ਰੂਪ ਦੇ ਲੱਛਣ ਡੈਲਟਾ ਵੇਰੀਐਂਟ ਦੀ ਤਰ੍ਹਾਂ ਖਤਰਨਾਕ ਨਹੀਂ ਹਨ। ਇਸ ਦੇ ਨਾਲ ਹੀ ਮਾਹਿਰਾਂ ਨੇ ਕਿਹਾ ਹੈ ਕਿ ਨਵੀਂ ਪਰਿਵਾਰਿਕ ਦੇ ਨਤੀਜੇ ਵਜੋਂ ਕੋਈ ਮੌਤ ਜਾਂ ਗੰਭੀਰ ਬਿਮਾਰੀ ਦੀ ਰਿਪੋਰਟ ਨਹੀਂ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਉੱਤੇ ਪੰਜਾਬ ਦੇ ਆਗੂਆਂ ਦੀ ਖਰੀਦੋ ਫਰੋਖਤ ਦਾ ਦੋਸ਼ ਲਾਇਆ ਹੈ। ਮਾਨ ਨੇ ਕਿਹਾ ਹੈ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਪਿਛਲੇ ਦਿਨ ਉਹਨਾਂ ਨੂੰ ਵੀ ਪੈਸੇ ਅਤੇ ਕੈਬਨਿਟ ਰੈਂਕ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਅਜਿਹੀ ਕਿਸੇ ਪੇਸ਼ਕਸ਼ ਤੋਂ ਨਾ ਕਰ ਦਿੱਤੀ। ਸਵਾਗਤ ਹੈ ਜੀ, ਭਾਵੇਂ ਪ੍ਰਿੰਟ ਮੀਡੀਆ ਤੋਂ, ਭਾਵੇਂ ਤੁਸੀਂ ਇਲੈਕਟ੍ਰੋਨਿਕ ਮੀਡੀਆ ਤੋਂ, ਭਾਵੇਂ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਤੋਂ ਧੰਨਵਾਦ ਕਰਦੇ ਹਾਂ ਤੁਹਾਡਾ ਕਿ ਛੁੱਟੀ ਦਾ ਦਿਨ ਹੈ ਪਰ ਫਿਰ ਵੀ ਤੁਹਾਨੂੰ ਅਸੀਂ ਖੇਚਲ ਦਿੱਤੀ ਤੇ ਤੁਸੀਂ ਇੱਥੇ ਪਹੁੰਚੇ ਹੋ। ਬਹੁਤ-ਬਹੁਤ ਮਿਹਰਬਾਨੀ। ਇੱਕ ਦੋ ਅਹਿਮ ਮੁੱਦਿਆਂ ਤੇ ਗੱਲ ਕਰਨ ਲਈ ਤੁਹਾਡੇ ਨਾਲ ਰੂਬਰੂ ਹੋਏ ਹਾਂ। ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਤਾਂ ਜਿਹੜੀ ਭਾਜਪਾ ਜਿਹੜੀ ਬੀਜੇਪੀ ਹੈ ਪੰਜਾਬ ਦੇ ਵਿੱਚ ਉਹਦਾ ਕੋਈ ਆਧਾਰ ਨਹੀਂ। ਪੰਜਾਬ ਦੇ ਵਿੱਚ ਨਾ ਪਿੰਡਾਂ 'ਚ ਨਾ ਸ਼ਹਿਰਾਂ 'ਚ ਉਹਨਾਂ ਨੂੰ ਲੋਕ ਜਿਹੜੇ ਨੇ ਉਹ ਕਿਸੇ ਮੀਟਿੰਗ ਕਰਨ ਵਾਸਤੇ ਜਾਂ ਰੈਲੀ ਕਰਨ ਵਾਸਤੇ ਵੜਨ ਨਹੀਂ ਦਿੰਦੇ। ਇੰਨਾ ਉਹ ਨਫ਼ਰਤ ਦੇ ਪਾਤਰ ਬਣ ਚੁੱਕੀ ਹੈ ਬੀਜੇਪੀ। ਪਰ ਬੀਜੇਪੀ ਜਿਹੜੀ ਹੈ ਉਹ ਜੋੜ ਤੋੜ ਦੀ ਰਾਜਨੀਤੀ ਬਹੁਤ ਕਰਦੀ ਹੈ। ਭਾਵੇਂ ਉਹ ਬੰਗਾਲ 'ਚ ਕੀਤਾ ਹੋਵੇ ਉਹਨਾਂ ਨੇ, ਭਾਵੇਂ ਗੋਆ 'ਚ ਕੀਤਾ ਹੋਵੇ, ਭਾਵੇਂ ਮੱਧ ਪ੍ਰਦੇਸ਼, ਜਿੱਥੇ ਮਰਜ਼ੀ ਉਹਨਾਂ ਨੂੰ ਇਹੀ ਕੁਛ ਆਉਂਦਾ ਹੈ। ਅੱਜ ਮੈਂ ਜੋ ਖੁਲਾਸਾ ਕਰਨ ਜਾ ਰਿਹਾ ਕਿ ਮੈਨੂੰ 4 ਦਿਨ ਪਹਿਲਾਂ ਬੀਜੇਪੀ ਦੇ ਇੱਕ ਬਹੁਤ ਵੱਡੇ ਨੇਤਾ ਦਾ ਫੋਨ ਆਇਆ, ਬਹੁਤ ਵੱਡੇ ਨੇਤਾ ਦਾ। ਉਹਨੇ ਮੈਨੂੰ ਕਿਹਾ ਕਿ ਮਾਨ ਸਾਹਿਬ ਤੁਸੀਂ ਦੱਸੋ ਬੀਜੇਪੀ 'ਚ ਆਉਣ ਦਾ ਕੀ ਲਾਓਗੇ, ਕੀ ਰਕਮ ਚਾਹੀਦੀ ਹੈ ਉਹ ਦੱਸ ਦਿਓ, ਜਾਂ ਫਿਰ ਕਿਉਂਕਿ ਤੁਸੀਂ MP ਹੋ
ਔਰ ਤੁਸੀਂ ਇਕਲੌਤੇ MP ਹੋ, ਇਸ ਕਰਕੇ ਤੁਹਾਡੇ ਤੇ ਐਂਟੀ ਡਿਫੈਕਸ਼ਨ ਲਾਅ ਲਾਗੂ ਨਹੀਂ ਹੁੰਦਾ। ਜੇ ਤੁਸੀਂ BJP 'ਚ ਆ ਜਾਓ, ਅਸੀਂ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਾਂਗੇ। ਤੇ ਇਹ ਦੱਸ ਦਿਓ ਕਿਹੜਾ ਮਹਿਕਮਾ ਚਾਹੀਦਾ ਕੈਬਨਿਟ 'ਚ, ਪੋਰਟਫੋਲੀਓ ਕਿਹੜਾ ਚਾਹੀਦਾ ਸਾਨੂੰ ਦੱਸੋ। ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਮਿਸ਼ਨ ਤੇ ਹਾਂ, ਮੈਂ ਕਮਿਸ਼ਨ ਤੇ ਨਹੀਂ ਹੈਗਾ। ਮਿਸ਼ਨ ਤੇ ਕਮਿਸ਼ਨ 'ਚ ਕੱਕੇ ਦਾ ਹੀ ਫਰਕ ਹੁੰਦਾ। ਮੈਂ ਕਿਹਾ ਉਹ ਹੋਰ ਹੋਣਗੇ ਜਿਨ੍ਹਾਂ ਨੂੰ ਤੁਸੀਂ ਖਰੀਦ ਲੈਂਦੇ ਹੋ, ਉਹ ਨੋਟ ਹਜੇ ਬਣੇ ਨਹੀਂ ਜਿਹੜੇ ਭਗਵੰਤ ਮਾਨ ਨੂੰ ਖਰੀਦ ਸਕਣ। ਮੈਂ ਆਪਣਾ ਕੈਰੀਅਰ ਪੀਕ ਤੇ ਜਦੋਂ ਸੀਗਾ, ਪੈਸੇ ਕਮਾਉਣ ਵਾਲਾ ਕੈਰੀਅਰ ਛੱਡ ਕੇ ਪੰਜਾਬ ਦੇ ਹੱਕ 'ਚ ਆਇਆ ਮੈਂ। ਔਰ ਪਾਰਟੀ ਜਿਹੜੀ ਹੈ ਉਹ ਮੈਂ ਆਪ ਬਣਾਈ ਹੈ, ਖੂਨ ਪਸੀਨੇ ਦੇ ਨਾਲ ਸਿੰਜੀ ਆਮ ਆਦਮੀ ਪਾਰਟੀ 2014 ਤੋਂ ਲੈ ਕੇ ਹੁਣ ਤੱਕ। ਤੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਕਿ ਹਾਂ ਇਹ ਜਿੱਥੇ ਖੜਾ ਹੈ। ਤੇ ਉਹ ਵਿਸ਼ਵਾਸ ਨੂੰ ਖਰੀਦਣਾ ਚਾਹੁੰਦੇ ਆ ਅਸਲ 'ਚ BJP ਵਾਲੇ। BJP ਕੋਲੇ ਇੰਨੇ ਪੈਸੇ ਨਹੀਂ ਹੈਗੇ ਕਿ ਉਹ ਭਗਵੰਤ ਮਾਨ ਨੂੰ ਜਾਂ ਉਹਦੇ ਵਰਕਰਾਂ ਨੂੰ ਜਾਂ ਉਹਨੂੰ ਪਿਆਰ ਕਰਨ ਵਾਲੇ ਵਲੰਟੀਅਰਾਂ ਨੂੰ, ਭਮੱਕੜਾਂ ਨੂੰ ਖਰੀਦ ਸਕਣ। ਸੋ ਇਹ ਗਲਤਫਹਿਮੀ ਉਹ ਆਪਣੇ ਮਨ 'ਚੋਂ ਕੱਢ ਦੇਣ। ਸ਼ਾਇਦ ਉਹਨਾਂ ਨੂੰ ਇਹ ਹੋਊਗਾ ਕਿ ਭਗਵੰਤ ਮਾਨ ਬਾਰੇ ਕੋਈ ਐਂ ਚੱਲਦੀਆਂ ਰਹਿੰਦੀਆਂ ਗੱਲਾਂ ਕਿ ਸ਼ਾਇਦ ਇਹਦੀ ਕੋਈ ਲੜਾਈ ਹੈ। ਮੇਰੀ ਕੋਈ ਲੜਾਈ ਨਹੀਂ ਪਾਰਟੀ ਨਾਲ। ਅੰਦਰ ਪਾਰਟੀ ਦੇ ਰਹਿ ਕੇ ਸਾਡੀਆਂ ਪਰਿਵਾਰ ਦੇ ਵਿੱਚ ਝਗੜੇ ਹੋ ਜਾਂਦੇ, ਅਸੀਂ ਆਪ ਹੀ ਨਿਬੇੜ ਲਾਂਗੇ। ਪਰ ਗੁਰਭਜਨ ਗਿੱਲ ਸਾਹਿਬ ਦਾ ਮੈਂ ਇੱਕ ਸ਼ੇਅਰ ਤੁਹਾਡੇ ਮਾਈਕਾਂ ਦੇ ਥਰੂ, ਤੁਹਾਡੇ ਮਾਧਿਅਮ ਨਾਲ ਸੁਣਾਉਣਾ ਚਾਹੁੰਦਾ ਉਹਨਾਂ ਨੂੰ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਪੰਜਾਬ ਦੀ ਗਰਦਨ ਸਿੱਧੀ ਰੱਖਣੀ ਹੈ, ਅਸੀਂ ਝੁਕਾਉਣੀ ਨਹੀਂ, ਝੁਕਣ ਨਹੀਂ ਦੇਣੀ। ਮੋਰਓਵਰ ਉਹ ਪਾਰਟੀ ਜਿਹੜੀ 750 ਕਿਸਾਨਾਂ ਦੀ ਜਾਨ ਲੈ ਚੁੱਕੀ ਹੋਵੇ, ਉਹ ਪਾਰਟੀ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਕੀੜੇ ਮਕੌੜਿਆਂ ਵਾਂਗੂ ਕਿਸਾਨਾਂ ਦੇ ਉੱਤੇ ਗੱਡੀਆਂ ਚੜ੍ਹਾ ਕੇ ਉਹਨਾਂ ਨੂੰ ਦਰੜਦੀ ਹੋਵੇ, ਉਹ ਪਾਰਟੀ ਜਿਹਨੇ ਪੂਰਾ 1 ਸਾਲ ਕਿਸਾਨਾਂ ਨੂੰ, ਮਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਸੂਲੀ ਤੇ ਟੰਗੀ ਰੱਖਿਆ ਦਿੱਲੀ ਦੇ ਬਾਰਡਰਾਂ ਤੇ ਉਹ ਪਾਰਟੀ ਜਿਹੜੀ ਮੇਰੇ ਚਾਚਿਆਂ ਤਾਇਆਂ ਨੂੰ, ਮੇਰੇ ਛੋਟੇ ਵੱਡੇ ਭਾਈਆਂ ਨੂੰ ਗੁੰਡੇ, ਮਵਾਲੀ, ਦੇਸ਼ ਧਰੋਹੀ, ਹੋਰ ਪਤਾ ਨਹੀਂ ਕੀ ਕਹਿੰਦੀ ਹੋਵੇ, ਉਹਨਾਂ ਦੀ ਕੁਰਸੀ ਨਾਲੋਂ ਮੈਂ ਜੇ 2 ਰੋਟੀਆਂ ਖਾਣਾ 1 ਖਾ ਲੂੰਗਾ, ਜੇ 1 ਖਾਣਾ ਅੱਧੀ ਖਾ ਲੂੰਗਾ, ਅੱਧੀ ਖਾਣਾ ਤਾਂ ਭੁੱਖਾ ਰਹਿ ਲੂੰਗਾ। ਪਰ ਮੈਂ ਜ਼ਮੀਰ ਮਾਰ ਕੇ ਉਹਨਾਂ ਦੀਆਂ ਕੋਈ ਕੁਰਸੀਆਂ ਜਾਂ ਕੋਈ ਉਹਨਾਂ ਦੀਆਂ ਲਾਲ ਬੱਤੀਆਂ ਜਾਂ ਪੋਰਟਫੋਲੀਓ ਮੈਂ ਐਕਸੈਪਟ ਨਹੀਂ ਕਰੂੰਗਾ। ਇਹ ਕੰਮ ਹੁਣ ਕਾਫੀ ਚੱਲ ਰਿਹਾ ਹੈ। ਸਾਡੇ ਹੋਰ ਅਹੁਦੇਦਾਰਾਂ ਨੂੰ ਵੀ ਫੋਨ ਆਉਣੇ ਸ਼ੁਰੂ ਹੋ ਚੁੱਕੇ ਨੇ BJP ਵੱਲੋਂ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹ ਖਰੀਦੋ ਫਰੋਖਤ ਦੀ ਰਾਜਨੀਤੀ, ਇਹ ਜਿਹੜੀ ਹਾਰਸ ਟ੍ਰੇਡਿੰਗ ਹੈ, ਇਹ ਉਹਨਾਂ ਨੂੰ ਆਉਂਦੀ ਹੈ ਅਸਲ 'ਚ। ਪਹਿਲਾਂ ਉਹ ਮੱਧ ਪ੍ਰਦੇਸ਼ 'ਚ ਵੀ ਇੱਦਾਂ ਕਰ ਚੁੱਕੇ ਨੇ, ਕਰਨਾਟਕਾ 'ਚ ਵੀ ਇੱਦਾਂ ਕਰ ਚੁੱਕੇ ਨੇ, ਗੋਆ 'ਚ ਵੀ ਇੱਦਾਂ ਕਰ ਚੁੱਕੇ ਨੇ, ਮੇਘਾਲਿਆ 'ਚ ਕਰ ਚੁੱਕੇ ਨੇ। ਹੁਣ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ 'ਚ ਵੀ ਇੱਦਾਂ ਹੋ ਜਾਊਗਾ। ਪਰ ਮੈਨੂੰ ਇੰਨਾ ਪਤਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਆਧਾਰ ਨਹੀਂ। ਲੋਕ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਇੰਨਾ ਵਕਤ ਪਾ ਕੇ ਰੱਖਿਆ ਪੰਜਾਬ ਦੇ ਹਾਲਾਤ ਵੀ ਜਿਹੜੇ ਨੇ ਨਫ਼ਰਤ ਵਾਲੇ ਬਣਾ ਰੱਖੇ ਨੇ, ਅਸੀਂ ਉਹਨਾਂ ਨੂੰ ਵੋਟ ਨਹੀਂ ਪਾਵਾਂਗੇ। ਸੋ ਆਮ ਆਦਮੀ ਪਾਰਟੀ ਵੱਲੋਂ ਬਤੌਰ ਪ੍ਰਧਾਨ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਜਾਂ ਵਲੰਟੀਅਰ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰਿਓ। ਭਗਵੰਤ ਮਾਨ ਤਾਂ ਜਦੋਂ ਮਾਰਕੀਟ 'ਚ ਹੀ ਹੈ ਨਹੀਂ, ਫਿਰ ਉਹਦਾ ਮੁੱਲ ਕੀ ਪਾ ਦੋਗੇ? ਵਿਕਾਊ ਤਾਂ ਉਹ ਹੁੰਦਾ ਨਾ ਜਿਹੜਾ ਮਾਰਕੀਟ 'ਚ ਹੋਵੇ, ਉਹਦਾ ਮੁੱਲ ਪੁੱਛ ਲਓਗੇ ਤੁਸੀਂ। ਜਿਹੜਾ ਮਾਰਕੀਟ 'ਚ ਹੀ ਹੈ ਨਹੀਂ,
ਜਿਹੜਾ ਅਵੇਲੇਬਲ ਹੀ ਹੈ ਨਹੀਂ ਮਾਰਕੀਟ 'ਚ, ਉਹਦਾ ਕੀ ਮੁੱਲ ਪਾ ਦੋਗੇ। ਸੋ ਇਸ ਕਰਕੇ ਮੈਂ ਪੰਜਾਬ ਲਈ, ਪੰਜਾਬੀਅਤ ਲਈ, ਪੰਜਾਬ ਦੀ ਧਰਤੀ ਲਈ ਔਰ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਤੇ ਮੈਂ ਖੜਾ। ਮੈਨੂੰ ਕੋਈ ਪੈਸੇ ਨਾਲ ਜਾਂ ਮੈਨੂੰ ਕੋਈ ਹੋਰ ਕੋਈ ਲਾਲਚ ਦੇ ਕੇ ਮੈਨੂੰ ਜਿਹੜਾ ਉਹ ਖਰੀਦਿਆ ਨਹੀਂ ਜਾ ਸਕਦਾ। ਗੰਭੀਰ ਦੋਸ਼ ਲਾਇਆ ਵੀ ਮਾਨ ਨੂੰ ਖਰੀਦਣ ਦਾ ਯਤਨ ਕੀਤਾ ਹੋਵੇ ਨਾ, ਤੇ ਲੱਗਦਾ ਨਹੀਂ ਕਿ ਤੁਹਾਨੂੰ ਅਜਿਹੇ ਲੀਡਰ ਨੂੰ ਬੇਨਕਾਬ ਕਰਨਾ ਚਾਹੀਦਾ ਵਾ, ਨਾ ਵੀ ਜਨਤਕ ਸਮਾਂ ਆਉਣ ਤੇ ਕਰ ਦੇਣ ਸਮਾਂ ਆਉਣ ਤੋਂ ਤਾਂ ਨਾਮ ਵੀ ਦੱਸਾਂਗੇ ਤੇ ਜਨਤਕ ਵੀ ਕਰਾਂਗੇ ਕਿ ਕਿਸ ਤਰ੍ਹਾਂ ਇਹ ਕਿਸ ਲੈਵਲ ਤੇ ਮਤਲਬ ਕੰਮ ਕਰਦੇ ਨੇ। ਕਿਉਂਕਿ ਦੇਖੋ ਮੇਰੇ ਵਿਰੁੱਧ ਕੋਈ ਈਡੀ ਦਾ ਪਰਚਾ ਤਾਂ ਕਰ ਨਹੀਂ ਸਕਦੇ, ਮੇਰੇ ਵਿਰੁੱਧ ਕੋਈ ਇਨਕਮ ਟੈਕਸ ਨਹੀਂ ਭੇਜ ਸਕਦੇ ਜਦੋਂ ਮੇਰੇ ਕੋਲ ਇਨਕਮ ਹੀ ਨਹੀਂ, ਟੈਕਸ ਵਾਲੇ ਕਿੱਥੋਂ ਹੋਣਗੇ। ਮੇਰੇ ਵਿਰੁੱਧ ਕੋਈ CBI ਦਾ ਜਾਂਚ, ਕੋਈ ਮੇਰੇ ਵਿਰੁੱਧ ਕੋਈ ਗਲਤ ਕੰਮ ਦਾ, ਕਰਪਸ਼ਨ ਦਾ ਚਾਰਜ ਨਹੀਂ ਹੈਗਾ, ਤਾਂ ਫਿਰ ਉਹ ਇੱਧਰ ਦੀ ਆਉਂਦੇ ਨੇ ਵੀ ਇੱਧਰੋਂ ਦੇਖ ਲੈਂਦੇ ਦੂਜੇ ਪਾਸਿਓਂ। ਪਰ ਹਾਂ ਇੰਨਾ ਵੀ ਉਹਨਾਂ ਨੂੰ ਕਿ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਬੋਲ ਕੇ ਸਵਾਲ ਮੈਂ ਪੁੱਛਦਾ ਇਹਨਾਂ ਨੂੰ, ਸਭ ਤੋਂ ਵੱਧ ਮੋਦੀ ਜੀ ਨੂੰ ਸਵਾਲ ਪੁੱਛਣ ਵਾਲੇ ਜਿੰਨੇ ਵੀ MP ਨੇ ਉਹਨਾਂ 'ਚ ਮੇਰਾ ਨਾਮ ਆਉਂਦਾ, ਤਾਂ ਉਹ ਇਸ ਪੱਖੋਂ ਵੀ ਕਹਿੰਦੇ ਹੋਣਗੇ ਨਾ ਕਿ ਉਧਰਲੇ ਪਾਸੇ ਵੀ ਆਪਣਾ ਕੰਮ ਬਣ ਜਾਊਗਾ ਕਿ ਚੁੱਪ ਹੋ ਜਾਊਗਾ ਪਾਰਲੀਮੈਂਟ 'ਚ ਇੱਕ ਵਿਰੋਧੀ ਧਿਰ ਦਾ ਇੱਕ MP ਹੋ ਸਕਦਾ ਇਹ ਵੀ ਉਹਨਾਂ ਦਾ। ਪਿਛਲੇ ਦਿਨੀ ਲੁਧਿਆਣਾ ਵਿੱਚ ਮਾਸੂਮ ਦਿਲਜੋਤ ਨਾਲ ਜੋ ਕਹਿਰ ਵਾਪਰਿਆ ਉਸ ਤੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇੱਕ ਔਰਤ ਵੱਲੋਂ ਇੱਕ ਬੱਚੀ ਦਾ ਇੰਨੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਬਹੁਤ ਹੀ ਘਿਨੌਣਾ ਜ਼ੁਲਮ ਹੈ, ਜਿਸ ਤੇ ਦਰਿੰਦਗੀ ਦੀ ਹੱਦ ਪਾਰ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਮਾਸੂਮ ਦਿਲਜੋਤ ਨੂੰ ਇਨਸਾਫ ਮਿਲ ਕੇ ਰਹੇਗਾ ਤੇ ਉਸ ਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਤਾਂ ਕਿ ਜੋ ਉਸ ਨੂੰ ਤੇ ਉਸ ਦੇ ਸਾਰਿਆਂ ਨੂੰ ਜੋ ਅਜਿਹੇ ਜ਼ੁਲਮ ਕਰਨ ਬਾਰੇ ਸੋਚਦੇ ਹਨ। ਗੁੱਡ ਮਾਰਨਿੰਗ एवरीवन, उम्मीद करती हाँ कि तुसी सारे ठीक ठाक होगे। पिछले एक हफ्ते तो मेरी तबीयत नहीं ठीक चल रही सी, नहीं आ रही सी, बुखार सी बहुत ज़्यादा। अज ऑफिस ज्वाइन किया दोबारा तो तुहाडे नाल रूबरू होन आ गई। पिछले दिनां च जो लुधियाना दी एक छोटी जी मासूम बच्ची दिलरोज नाल जो इन्ना ही दर्दनाक एक मासूम नू मार दिता गया, सारा पंजाब साडा अज रो रहा, हर माँ रो रही है। मैं भी उस तरह एज ए चेयरपर्सन और एक माँ भी हाँ, अपना दुख बयान नहीं कर सकती, बट कानून तो ऊपर कुछ भी नहीं है। तुहाडे सब दे भी बहुत सारे मैसेज मैनू आ रहे सी कि दिलरोज नू इंसाफ मिले, बिल्कुल मिल के रहेगा। साडी कमीशन अज सैशन जज नू, क्योंकि हले केस सैशन जज को ले इन्वेस्टिगेशन ते इंदा स्पेशल, क्योंकि ये बड़ा ही रेयर केस है जिस दरिंदगी दे नाल उस बच्ची नू मारिया गया, बड़ा ही रेयर केस है। और साडे एक समाज वास्ते एक मैसेज भी है कि तुसी जे अपने इर्द गिर्द इहो जे कुछ लोकां नू देखदे हो, एक बच्ची दे जड़ी एक इन्नी दर्दनाक मौत एक औरत दे नाम ते कलंक जड़ी बन के औरत सामने आई है, जिन्हें सारे समाज सब नू शर्मिंदा करता है। और साडे वो भी पंजाब दे जिथे लोग प्यार ही प्यार सिर्फ लुटाते हैं। और जे तुहाडे इर्द गिर्द तुहानू कुछ इदा दे संदिग्ध लोग लगते हैं, उन्हां दी एक्टिविटी या वो तुहानू किसी वेले पता भी नहीं चलता तुहाडे घर विच घुस के और की उन्हां दी मंशा की करना चाहते हैं, तुसीं इमीडिएटली एडमिनिस्ट्रेशन नू इनफॉर्म करो, नज़र रखो अपने आस पड़ोस विच, अपने इर्द गिर्द लोकां ते कि किते तुहानू कोई इंटेंशनली नुकसान तो नहीं पहुँचाना चाहता, किते तुहाडी खुशियां नू देख के कोई दिल ही दिल विच जल तो नहीं रहा। क्योंकि लोग अजकल लोकां नू समझ पाना बहुत औखा है। जिहड़े बच्चे जिस औरत नू भूआ कह के बुलांदे सी, कलंकित करता उन्हें अपने औरत होने दे, औरत होने नू कलंकित करता। ते साडा कमीशन सैशन जज नू लिखन जा रहा है कि इनकी जल्दी तो जल्दी इन्वेस्टिगेशन ते ट्रायल करा के इनू सख्त तो सख्त इनू मौत की सज़ा उतारिया जाए। साडे हत्थ ते हुंदा ते कद तक या समाज ते जिद्दां पंजाबां दे पंजाबियां नू गुस्सा है, मैनू लगदा पूरे भारत विच ही हर माँ अज रो रही होनी है उस बच्ची दी, उस माँ दी हालत देख के शब्द नहीं है। मेरी तबीयत भी ठीक जदों नहीं रही, पर मैं जदों भी अपना फोन उठांदी सी ते कितों ना कितों मैसेज आया हुंदा सी ते बड़ा मेरा मन भी खराब होया। जल्दी मैं दिलरोज दी मम्मी कोल होवांगी, जावांगी उन्हां नूं मिलन, उन्हां नूं हौसला देन जावांगी, पर कानून तो ऊपर कुछ नहीं है। उस जल्लाद औरत नूं सज़ा मिल के रहेगी। थैंक यू, जय हिंद।
ਦੱਸ ਦਈਏ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚੇ ਹਨ। ਸੀਐਮ ਚੰਨੀ ਆਪਣੇ ਇਸ ਦੌਰੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਹਨ, ਜਿੱਥੇ ਉਹ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ ਅਤੇ ਨੌਜਵਾਨਾਂ ਨੂੰ ਸੰਬੋਧਿਤ ਵੀ ਕਰਨਗੇ। ਇਸ ਦੌਰਾਨ ਉਹ ਪਾਈਟੈਕਸ ਵੀ ਪਹੁੰਚਣਗੇ ਅਤੇ ਸ਼ਹਿਰ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣਗੇ। ਮਿਲੀ ਜਾਣਕਾਰੀ ਅਨੁਸਾਰ ਸੀਐਮ ਚੰਨੀ ਦੇ ਇਸ ਦੌਰੇ ਦੌਰਾਨ ਸਰਕਾਰੀ ਮੁਲਾਜ਼ਮ ਅਤੇ ਟੀਚਰਾਂ ਵੱਲੋਂ ਉਹਨਾਂ ਦਾ ਘਿਰਾਵ ਵੀ ਕੀਤਾ ਜਾਵੇਗਾ। बहुत ही आदर सत्कार ਦੇ ਯੋਗ ਹਰਮਨ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਸਾਡੇ ਬਹੁਤ ਹੀ ਹਰਮਨ ਪਿਆਰੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ, ਸਾਡੇ ਬਹੁਤ ਹੀ ਹਰਮਨ ਪਿਆਰੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਸਾਹਿਬ, वाइस चांसलर साहब, डीन साहब, सारे बहुत ही आदर सत्कार के योग साडे डिप्टी स्पीकर भट्टी साहब, साडे सारे ही MLA साहिबान, साडे डीन साहब, सारे प्रोफैसर साहिबान, साडियां चारे चेयर जड़ियां स्थापित हो रही हैं, इन्हां दे HOD साहब, मैं तुहाडा सारियां दा पहले तो धन्नवाद करदा हां, खास करके गुरु नानक देव यूनीवर्सिटी का कि जड़ा बाबे नानक का फलसफा है, अगर बाबे नानक के फलसफे नूं सही मायनिਆਂ 'ਚ जिन्हों मनुखता ते मानवता की सेवा का जड़ा दर्जा हासिल है वो गुरु नानक देव यूनीवर्सिटी नूं है। और उस तो भी चंगी गल है आज विश्व दे विच गुरु नानक देव जिहड़ी यूनीवर्सिटी साडी है उहदा नाम इसलिए भी दबे लोगों वास्ते जो कोई मदद हो रही है ਤੇ ਅੱਜ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੇ ਅੱਜ ਮੈਂ ਇੰਡਸਟਰੀ ਵਾਲਿਆਂ ਨਾਲ ਗੱਲ ਕਰ ਰਿਹਾ ਸੀ, ਖੇਤ ਮਜ਼ਦੂਰ ਨਾਲ ਗੱਲ ਕਰਕੇ ਦੇਖੋ, ਤੁਸੀਂ ਸਾਡੇ ਜ਼ਮੀਂਦਾਰ ਨਾਲ ਗੱਲ ਕਰਕੇ ਦੇਖੋ, ਕਿਸਾਨ ਨਾਲ ਗੱਲ ਕਰਕੇ ਦੇਖੋ, ਸਾਡੇ ਮਜ਼ਦੂਰ ਨਾਲ ਗੱਲ ਕਰਕੇ ਦੇਖੋ, ਤੇ ਉਹ ਕਹਿੰਦੇ ਹੈ ਕਿ ਪਹਿਲੀ ਦਫਾ ਇਦਾਂ ਦੇਖਣ ਨੂੰ ਮਿਲਿਆ ਹੈ ਕਿ ਜੇ ਕੋਈ 20 ਸਾਲਾਂ ਦੇ ਵਿੱਚ ਜੇ ਮੈਂ ਧਿਆਨ ਮਾਰ ਕੇ ਦੇਖਾਂ ਕਿ ਸਾਡੇ ਜਿੰਨਾ ਵੀ ਕਰਜ਼ ਸੀਗਾ ਬਿਜਲੀ ਦੇ ਰੂਪ ਦੇ ਵਿੱਚ ਚਾਹੇ ਪਾਣੀ ਦੇ ਰੂਪ ਦੇ ਵਿੱਚ ਉਹ ਸਾਡਾ ਸਾਰਿਆਂ ਨੂੰ ਕਰਜ਼ ਮੁਕਤ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਹੈ। ਔਰ ਅੱਜ ਜਿਹੜੀਆਂ 5 ਚੇਅਰਸ ਸਥਾਪਿਤ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਡਾਕਟਰ BR ਅੰਬੇਦਕਰ ਚੇਅਰ ਹੈ, ਜਿਨ੍ਹਾਂ ਦੇ ਵਿੱਚ ਸੰਤ ਕਬੀਰ ਚੇਅਰ ਹੈ, ਮੱਖਣ ਸਿੰਘ ਲੁਬਾਣਾ ਚੇਅਰ ਹੈ, ਭਗਵਾਨ ਵਾਲਮੀਕ ਦੀ ਚੇਅਰ ਹੈ, ਇਹ ਸਾਰੀ ਜਿਹੜੀ ਚੇਅਰਸ ਹੈ ਉਹ ਅੱਜ ਸਥਾਪਿਤ ਕਰਕੇ ਅੱਜ बहुत बड़ा उपराला ये मुख्यमंत्री जी ने किया है। और मैं एक गल कहांगा कि अज जे मैं भाई जैता की गल एक लाइन च कहां तो मैं एक लाइन च खत्म करांगा क्योंकि मुख्यमंत्री जी दे बहुत ज़्यादा प्रोग्राम हैगे है। मैं 3 मिनट च अपनी गल नूं कंप्लीट करांगा। भाई जैता जी दे बारे सारे जानते हैं कि रंगरेटा गुरु का बेटा दा खिताब जिहड़ा मिलिया इस कौम नूं भाई जैता दे कारण है, जिसनों कहते हैं कि विच चौंक चांदनी लखां पैरे लाए, मजबीर सिंह दिल्लियों चक सीस लियाए, सानू दशम पिता जी आखे रंगरेटा, सानू मिली थापना सतगुरु का बेटा। ये सतगुरु का बेटा होने का खिताब जड़ा है ये गुरु महाराज ने इस कौम नूं बख्शिश किया है, जिहड़ी बाबा साहब अंबेडकर की कौम है। और अज भगवान वाल्मीकि जी की तुसी चेयर स्थापित की, तुसी मक्खन सिंह लुबाना जी की, संत कबीर जी की। अज मैं ये महसूस करदा है कि अज क्योंकि बाबा साहब अंबेडकर का दिन है, मैं देश के लोगों को कहांगा कि बाबा साहब अंबेडकर ने जिहड़े देश के दबे कुचले लोग और गैर बराबरी के खिलाफ लड़ाई लड़ी, उन्होंने कोई कास्ट मजहब के खिलाफ लड़ाई नहीं। ਜੈਕਲੀਨ ਨੂੰ ਮੁੰਬਈ 에ਅਰਪੋਰਟ ਤੋਂ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ। ਈਡੀ ਦੇ ਲੁੱਕ ਆਊਟ ਨੋਟਿਸ ਕਾਰਨ 에ਅਰਪੋਰਟ ਸਟਾਫ ਨੇ ਜੈਕਲੀਨ ਨੂੰ ਵਿਦੇਸ਼ ਜਾਣ ਤੋਂ ਰੋਕਿਆ। ਇਸ ਤੋਂ ਬਾਅਦ ਇਹ ਜਾਣਕਾਰੀ ਈਡੀ ਨੂੰ ਦਿੱਤੀ ਗਈ ਅਤੇ ਈਡੀ ਦੀ ਟੀਮ ਨੇ ਜੈਕਲੀਨ ਤੋਂ ਪੁੱਛਗਿੱਛ ਕੀਤੀ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੇਜ਼ ਦਾ ਨਾਮ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਸ਼ਾਮਿਲ ਹੈ। ਇਸ ਮਾਮਲੇ ਵਿੱਚ ਈਡੀ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਵੀ ਕੀਤੀ ਹੈ। ਹਾਲ ਹੀ ਵਿੱਚ ਜੈਕਲੀਨ ਨੇ ਈਡੀ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ।
ਸੁਕੇਸ਼ ਚੰਦਰ ਸ਼ੇਖਰ ਦੇ 200 ਕਰੋੜ ਦੀ ਫਿਰੌਤੀ ਦੇ ਮਾਮਲੇ 'ਚ ਜੈਕਲੀਨ ਫਰਨਾਂਡੇਜ਼ ਦਾ ਬਿਆਨ PMLA ਤਹਿਤ ਦਰਜ ਕੀਤਾ ਗਿਆ ਸੀ। ਜੈਕਲੀਨ ਇਸ ਮਾਮਲੇ ਦੀ ਗਵਾਹ ਹੈ। ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਠੱਗ ਸੁਕੇਸ਼ ਚੰਦਰ ਸ਼ੇਖਰ ਅਤੇ ਜੈਕਲੀਨ ਵਿਚਕਾਰ ਕੋਈ ਵਿੱਤੀ ਲੈਣ ਦੇਣ ਤਾਂ ਨਹੀਂ ਹੋਇਆ। ਇਸ ਦੌਰਾਨ ਈਡੀ ਨੇ ਜੈਕਲੀਨ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ, ਜਿਸ ਮੁਤਾਬਿਕ ਉਹ ਮੁੰਬਈ ਛੱਡ ਕੇ ਕਿਤੇ ਵੀ ਨਹੀਂ ਜਾ ਸਕਦੀ ਸੀ। ਅਜਿਹੇ 'ਚ ਅੱਜ ਜਦੋਂ ਉਹ ਮੁੰਬਈ ਤੋਂ ਵਿਦੇਸ਼ ਜਾ ਰਹੀ ਸੀ ਤਾਂ 에ਅਰਪੋਰਟ ਸਟਾਫ ਨੇ ਉਸ ਨੂੰ ਰੋਕ ਲਿਆ। ਦੱਸ ਦਈਏ ਕਿ ਜੈਕਲੀਨ 10 ਦਸੰਬਰ ਨੂੰ ਰਿਆਧ 'ਚ ਹੋਣ ਵਾਲੇ ਦਾ ਬੈਕ ਕਨਸਰਟ 'ਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਹੈ। ਇਸ ਕਨਸਰਟ ਦੇ ਸਿਲਸਿਲੇ 'ਚ ਉਹ ਦੇਸ਼ ਤੋਂ ਬਾਹਰ ਜਾਣ ਦੀ ਤਿਆਰੀ ਕਰ ਸਕਦੀ ਹੈ। ਦਿੱਲੀ ਦੀ ਰੋਹਨੀ ਜੇਲ੍ਹ 'ਚ ਬੰਦ ਸੁਕੇਸ਼ ਚੰਦਰ ਸ਼ੇਖਰ ਤੇ 1 ਸਾਲ 'ਚ ਇੱਕ ਕਾਰੋਬਾਰੀ ਤੋਂ 200 ਕਰੋੜ ਰੁਪਏ ਦੀ ਫਿਰੌਤੀ ਦਾ ਦੋਸ਼ ਹੈ। ਉਸ ਵਿਰੁੱਧ 20 ਤੋਂ ਵੱਧ ਜਬਰੀ ਵਸੂਲੀ ਦੇ ਕੇਸ ਦਰਜ ਹਨ ਅਤੇ ਉਹ ਜੇਲ੍ਹ ਦੇ ਅੰਦਰੋਂ ਰੈਕਟ ਚਲਾਉਂਦਾ ਹੈ। ਮੂਲ ਰੂਪ ਤੋਂ ਸ਼੍ਰੀਲੰਕਾ ਦੀ ਰਹਿਣ ਵਾਲੀ ਜੈਕਲੀਨ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਕਰੀਬੀ ਮੰਨਿਆ ਜਾਂਦਾ ਹੈ। ਜੈਕਲੀਨ ਦੇ ਪਿਤਾ ਸ਼੍ਰੀਲੰਕਾ ਤੋਂ ਹਨ, ਜਦਕਿ ਮਾਂ ਮਲੇਸ਼ੀਆ ਤੋਂ ਹੈ। ਜੈਕਲੀਨ ਦੇ ਪਿਤਾ ਇੱਕ ਸੰਗੀਤਕਾਰ ਹਨ ਅਤੇ ਮਾਂ ਇੱਕ 에ਅਰ ਹੋਸਟਸ ਸੀ। ਜੈਕਲੀਨ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। ਜੈਕਲੀਨ ਦੀ ਇੱਕ ਵੱਡੀ ਭੈਣ ਅਤੇ 2 ਵੱਡੇ ਭਰਾ ਹਨ। ਬੀਤੀ 30 ਤਰੀਕ ਨੂੰ ਸ਼ਾਮ 6 ਵਜੇ ਘਰ ਤੋਂ ਗੁਰਦੁਆਰਾ ਸਾਹਿਬ ਗਈ 6 ਸਾਲਾ ਬੱਚੀ ਜਦੋਂ ਘਰ ਵਾਪਸ ਨਹੀਂ ਪਹੁੰਚੀ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਸੀ। ਪਰ ਅੱਜ 5 ਦਿਨਾਂ ਬਾਅਦ ਉਸ ਬੱਚੀ ਦੀ ਲਾਸ਼ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਵਿੱਚੋਂ ਮਿਲੀ ਅਤੇ ਇਸ ਸੰਬੰਧੀ ਗੋਇੰਦਵਾਲ ਸਾਹਿਬ ਲੜਕੀ ਦੇ ਗੁਆਂਢ ਰਹਿੰਦੇ ਵਿਅਕਤੀਆਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਧੁੰਨਾ ਵਾਸੀ ਗੋਇੰਦਵਾਲ ਸਾਹਿਬ ਨੇ ਕਾਂਗਰਸ ਦੇ MLA ਰਮਨਜੀਤ ਸਿੰਘ ਸਿੱਕੀ ਤੇ ਵਰਤੇ ਹੋਏ ਕਿਹਾ ਕਿ ਵਿਧਾਇਕ ਦੇ ਹਲਕੇ ਵਿੱਚ ਇਹੋ ਜਿਹੀ ਘਟਨਾ ਹੋ ਰਹੀਆਂ ਹਨ, ਸ਼ਰਮਨਾਕ ਗੱਲ ਹੈ। ਉਹਨਾਂ ਨੇ ਇਸ ਗੱਲ ਦਾ ਵੀ ਖਦਸ਼ਾ ਜਤਾਇਆ ਹੈ ਕਿ ਹੋ ਸਕਦਾ ਹੈ ਕਿ ਲੜਕੀ ਨਾਲ ਕਿਸੇ ਨੇ ਕੋਈ ਕਾਨੂੰਨੀ ਹਰਕਤ ਕਰਕੇ ਕਤਲ ਕਰ ਦਿੱਤਾ ਹੋਵੇ। ਉਹਨਾਂ ਵੱਲੋਂ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਦ ਥਾਣਾ ਗੋਇੰਦਵਾਲ ਸਾਹਿਬ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰ ਇਸ ਬਾਰੇ ਬੋਲਣਗੇ, ਅਸੀਂ ਨਹੀਂ। ਅਸੀਂ ਤੇ ਪੋਸਟਰ ਛਪਾਏ, ਅਖਬਾਰਾਂ ਛਪਾਈਆਂ ਸੀ। ਅਸੀਂ ਆਖਿਆ ਚੱਲ ਸਾਡੀ ਧੀ ਜਿੰਦੀ ਮਿਲ ਜੂਗੀ ਸਾਨੂੰ, ਗੁਰਦੁਆਰਿਓਂ ਮਰੀ ਲੱਭ ਗਈ ਸਾਨੂੰ। ਗੁਰਦੁਆਰੇ ਵਾਲਿਆਂ ਨੇ ਨਹੀਂ ਕਿਤੇ ਵੇਖੀ, ਕਿਸੇ ਨੇ ਦੱਸ ਉੱਥੇ ਬੰਦਾ ਜਾਂਦਾ ਨਹੀਂ ਦੀਦਾ ਉਹਨਾਂ ਨੂੰ ਗੁਰਦੁਆਰੀਆਂ। ਉਹਦਾ ਤਾਂ ਕਹਿੰਦਾ ਕੀੜਾ ਦੇਖਦਾ ਵਾ ਗੁਰਦੁਆਰੇ ਤੁਰਿਆ ਜਾਂਦਾ ਕੈਮਰਿਆਂ ਦੇ ਵਿੱਚ। ਕੈਮਰੇ ਵਿੱਚ ਸਾਡੀ ਏਡੀ ਵੱਡੀ ਕੁੜੀ ਨਾ ਦੇਖੀ ਉਹਨਾਂ ਨੂੰ 6 ਸਾਲਾਂ ਦੀ 6 ਸਾਲਾਂ ਦੀ ਧੀ ਸਾਡੀ। ਉਹ ਗੁਰਦੁਆਰੇ ਫੁਲਕਾ ਛਕਣ ਗਈ ਤੇ ਚੱਪਲਾਂ ਲੱਭ ਗਈਆਂ ਤੇ ਕੁੜੀ ਨਹੀਂ ਲੱਭੀ ਸਾਨੂੰ। ਗਾੜੀਆਂ ਮੈਨੇਜਰ ਕਹਿੰਦਾ ਇਦਾਂ ਦੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਜੋੜੇ ਪਏ ਹੁੰਦੇ ਆ ਬੱਚਿਆਂ ਦੇ। ਜੋੜੇ ਹੋਰ ਵੀ ਸਾਨੂੰ ਆਪਣੀ ਧੀ ਦੀ ਚੀਜ਼ ਦੀ ਨਹੀਂ ਪਛਾਣ ਹੈਗੀ ਜਿਹੜੀ ਅਸੀਂ ਲੈ ਕੇ ਦਿੱਤੀ ਹੋਈ ਆ। ਸਾਨੂੰ ਨਾ ਕੋਈ ਪੈਸਾ ਚਾਹੀਦਾ ਆ, ਨਾ ਕੋਈ ਚੀਜ਼ ਚਾਹੀਦੀ ਆ। ਸਾਡੀ ਮਿਹਨਤ ਆ ਕਿ ਸਾਨੂੰ ਇਨਸਾਫ ਚਾਹੀਦਾ ਆ। ਅੱਜ ਤੇ ਸਾਡੇ ਗਰੀਬ ਘਰ ਦੀ ਲੜਕੀ ਨਾ ਆ, ਕੱਲ ਨੂੰ ਹੋਰ ਵੀ ਕਿਸੇ ਨੇ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਮਾਫ ਕਰੇ ਜੇ ਕੋਈ ਸਾਡੇ ਕੋਲ ਗਲਤੀ ਹੋਈ ਆ ਤੇ ਉਹ ਸਾਡੇ ਕੋਲੋਂ ਕੋਈ ਬਦਲਾ ਲੈ ਲੈਂਦਾ, ਸਾਨੂੰ ਕੋਈ ਦੱਸ ਦਿੰਦਾ ਵੀ ਸਾਡੇ ਕੋਲੋਂ ਆ ਗਲਤੀ ਹੋਈ ਆ, ਸਾਨੂੰ ਇਸ ਚੀਜ਼ ਦਾ ਮੁੱਲ ਚਾਹੀਦਾ। ਅਸੀਂ ਉਹਨੂੰ ਮੁੱਲ ਦੇ ਦਿੰਦੇ ਕਿਸੇ ਚੀਜ਼ ਦਾ, ਭਾਵੇਂ ਅਸੀਂ ਵਿਆਜੀ ਚੁੱਕ ਕੇ ਦਿੰਦੇ, ਪਰ ਸਾਡੀ ਧੀ ਦੀ ਜਾਨ ਨਾ ਕੋਈ ਲੈਂਦਾ। ਮੇਰੇ ਡੈਡੀ ਨੇ ਵੀ ਕਿਹਾ ਕਿ ਮੈਂ ਥਾਂ ਤੇ ਕਰਜ਼ਾ ਚੁੱਕ ਲੈਣਾ ਮੈਨੂੰ ਵੀ ਦੇ ਦੇਣਾ ਪੈਸੇ ਤੇ ਜਿੰਨੇ ਸਾਨੂੰ ਕੋਈ ਧੀ ਦਾ ਤੇ ਲੈ ਲਵੇ ਤੇ ਮੇਰੀ ਧੀ ਮੈਨੂੰ ਕਹਿੰਦਾ ਵਾਪਸ ਦੇ ਦੇ, ਸਾਨੂੰ ਵਾਪਸ ਦੇ ਦੇ। ਸਾਨੂੰ ਕਿਸੇ ਨੇ ਜਿੰਦੀ ਧੀ ਵਾਪਸ ਨਹੀਂ ਦਿੱਤੀ। ਗੁਰਦੁਆਰਾ ਸਾਹਿਬ ਨੱਪ ਦਿੱਤੀ ਮਾਰ ਕੇ ਕਿਸੇ ਨੇ। ਹਾਂਜੀ, ਕੀ ਨਾਂ ਤੁਹਾਡਾ? ਪ੍ਰਵੀਨ ਕੌਰ। ਹਾਂਜੀ, ਇਹ ਜਿਹੜੀ ਬੱਚੀ ਗੁੰਮ ਹੋਈ ਤੁਸੀਂ ਕਿੱਥੇ ਰਹਿੰਦੇ ਨੇ? ਲਾਗੇ ਰਹਿੰਦੇ ਜੀ? ਹਾਂਜੀ, ਸਾਡੇ ਗਵਾਂਢ ਆ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ? ਸਰ, ਕਹਿਣਾ ਤੇ ਇਹ ਚਾਹੁੰਦੇ ਆ ਕਿ ਮਤਲਬ ਇਹ ਸਾਡੇ ਗਵਾਂਢ ਰਹਿੰਦੇ ਆ, ਮਤਲਬ ਬਹੁਤ ਗਰੀਬ ਹੈ ਨਾ, ਤੇ ਇਹਨਾਂ ਦਾ ਵੈਸੇ ਕਿਸੇ ਨੇ ਸਾਥ ਨਹੀਂ ਦਿੱਤਾ, ਕੋਈ ਸਰਪੰਚ ਨਹੀਂ, ਕੁਛ ਮੈਂਬਰ ਨਹੀਂ, ਕੋਈ ਪੁਲਿਸ ਵਾਲਾ ਨਹੀਂ ਹੈ ਨਾ, ਤੇ ਲੋਕ ਬਹੁਤ ਹੁਣ ਅੱਕ ਚੁੱਕੇ ਇਹਨਾਂ ਚੀਜ਼ਾਂ ਤੋਂ। ਠੀਕ ਹੈ ਜੀ, ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲੇ, ਵੱਧ ਤੋਂ ਵੱਧ ਜੋ ਵੀ ਸਜ਼ਾ ਮਿਲ ਸਕਦੀ ਇਹਨਾਂ ਨੂੰ ਮਿਲੇ, ਜੋ ਵੀ ਇਹਨੇ ਜਿਨ੍ਹਾਂ ਨੇ ਵੀ ਇਹ ਕੀਤਾ ਹੈਗਾ। ਮੈਨੂੰ ਨਹੀਂ ਹਾਂਜੀ, ਧੁੰਨਾ ਸਾਹਿਬ, ਜਿਹੜੀ ਅੱਜ ਬੱਚੀ ਜਿਹੜੀ ਕੁਝ ਦਿਨ ਪਹਿਲਾਂ ਜਿਹੜੀ ਗੁੰਮ ਹੋਈ ਸੀਗੀ, ਅੱਜ ਪਤਾ ਲੱਗਾ ਉਹਦੀ ਡੈੱਡ ਬੋਡੀ ਮਿਲੀ ਆ। ਤੁਸੀਂ ਸਮਾਜ ਦੇ ਵਿੱਚ ਵਿਚਰਦੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਨੂੰ ਫੋਨ ਤੇ ਪਤਾ ਲੱਗਾ ਵੀ ਗੁਰਦੁਆਰੇ ਦੇ ਬੈਗ ਤੋਂ ਲੜਕੀ ਮਿਲੀ ਹੈ। ਮੈਂ ਉਸੇ ਵੇਲੇ ਮੋਟਰਸਾਈਕਲ ਲੈ ਕੇ ਮੌਕੇ ਤੇ ਪਹੁੰਚਿਆ ਤਾਂ ਉਹ ਲੜਕੀ ਮੰਜੇ ਤੇ ਪਾਈ ਸੀ, ਆਂਦੇ ਰੇਤ ਚੋਂ, ਉਹਨਾਂ ਨੂੰ ਮੈਂ ਪੁੱਛਿਆ ਤਾਂ ਰੇਤ ਚੋਂ ਮਿਲੀ। ਤਾਂ ਬੜੀ ਮੰਦਭਾਗੀ ਹੈ। ਦੇਖੋ, ਇਹ ਇਲਾਕਾ ਨਿੰਮ ਵਾਲੀ ਘਾਟੀ, ਜਿਹੜਾ ਇਲਾਕਾ ਨਸ਼ੇ ਦੇ ਨਾਂ ਤੇ ਮਸ਼ਹੂਰ ਇਲਾਕਾ ਗੋਇੰਦਵਾਲ ਸਾਹਿਬ ਦਾ,
ਔਰ ਇਹ ਸਾਰਾ ਜੋ ਮੈਂ ਵੇਖ ਰਿਹਾ ਵਾਂ ਬੱਚੀ ਦੇ ਨਾਲ, ਮੈਂ ਤਾਂ ਇਹੀ ਮਹਾਰਾਜ ਦੇ ਅੱਗੇ ਅਰਦਾਸ ਕਰਾਂਗਾ ਵੀ ਕੋਈ ਗਲਤ ਕੰਮ ਨਾ ਆਇਆ ਹੋਵੇ। ਪਰ ਜਿੱਦਾਂ ਦੇ ਹਾਲਾਤ ਆ ਨਾ, ਇਹ ਬਹੁਤ ਮੰਦਭਾਗਾ ਵਾ। ਇਸ ਹਿਸਾਬ ਨਾਲ ਮੈਂ ਇਹ ਕਹਿਣਾ ਚਾਹੂੰਗਾ ਇਸ ਮਹੱਲੇ ਵਾਲਿਆਂ ਨੂੰ ਕਿ ਆਪਣੇ ਬੱਚੇ ਸਾਂਭ ਕੇ ਰੱਖੋ ਭਾਈ। ਤੁਹਾਡੇ ਵੀ ਬੱਚੇ ਸੁਰੱਖਿਅਤ ਨਹੀਂ ਜੇ ਹੈਗੇ। ਜੇ ਤੁਹਾਡੇ ਏਰੀਏ ਦੇ ਵਿੱਚ ਬਾਹਰੋਂ ਆ ਕੇ ਲੋਕ ਨਸ਼ਾ ਵੇਚ ਸਕਦੇ ਆ ਨਾ, ਤੁਹਾਡੇ ਏਰੀਏ ਦੇ ਵਿੱਚ ਘਰ ਘਰ ਨਸ਼ਾ ਵੇਚ ਰਿਹਾ ਨਾ, ਤਾਂ ਉਹਦੇ ਜ਼ਿੰਮੇਵਾਰ ਤੁਸੀਂ ਵੀ ਜੇ। ਕਿਉਂਕਿ ਇਹ ਨਰਕ ਜਿਹੜਾ ਵਾ, ਇਹ ਪੁਲਿਸ ਪ੍ਰਸ਼ਾਸਨ ਨੂੰ ਤਾਂ ਪੈਸੇ ਮਿਲਦੇ ਆ, ਉਹ ਤਾਂ ਪੈਸੇ ਲੈ ਕੇ ਅਯਾਸ਼ੀਆਂ ਕਰਦੀ ਹੈ ਪੁਲਿਸ ਇਹਨਾਂ ਨਸ਼ਿਆਂ ਦੇ ਉੱਤੇ। ਤਾਂ ਤੁਹਾਡੇ ਬੱਚੇ ਖਤਰੇ 'ਚ ਆ, ਤੁਹਾਡੇ ਜੀ ਖਤਰੇ 'ਚ ਆ। ਪੁਲਿਸ ਦਾ ਕੁਝ ਨਹੀਂ ਜਾਣਾ, ਉਹਨਾਂ ਦੇ ਆਪਣੇ ਬੱਚੇ ਭਾਵੇਂ ਨਸ਼ੇ ਨਾਲ ਮਰ ਜਾਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਹਾਲਾਤ ਬੜੇ ਭੈੜੇ ਹੋ ਗਏ ਜੇ ਗੁਰੂ ਨਗਰੀ ਦੇ ਵਿੱਚ। ਐਡੀ ਮਾੜੀ ਘਟਨਾ, ਸਾਡੇ ਲਈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਵਾ। ਮੈਨੂੰ ਤਾਂ ਇੰਨੀ ਮਤਲਬ, ਮੈਂ ਤਾਂ ਹੁਣੇ ਜੇ ਮੇਰੇ ਸਾਹਮਣੇ ਕੁਝ ਹੋਵੇ ਤਾਂ ਮੈਂ ਕਤਲ ਕਰ ਸਕਦਾ ਉਸ ਬੰਦੇ ਦਾ। ਇੰਨਾ ਮੇਰਾ ਦਿਲ ਮੈਂ ਸੀਜ ਗਿਆ ਉਸ ਦਾ ਚਿਹਰਾ ਵੇਖ ਕੇ, ਉਹ ਬੱਚੀ ਨੂੰ ਦੇਖ ਕੇ। ਕਿੱਡੀ ਖੂਬਸੂਰਤ ਉਹ ਬੱਚੀ ਜਿੱਦਣ ਮੈਂ ਉਹ ਫੋਟੋ ਵੇਖੀ, ਤੇ ਅੱਜ ਉਸ ਦਾ ਚਿਹਰਾ ਨੀਲਾ ਹੋਇਆ ਪਿਆ ਸੀ। ਮਤਲਬ ਉਹ ਰੇਤ ਦੇ ਵਿੱਚ ਕਿਦੋਂ ਦੀ ਦੱਬੀ ਆ, ਮੁਸ਼ਕ ਆ ਰਹੀ ਸੀ ਉਹਦੇ ਚੋਂ। ਤਾਂ ਇਹ ਵੇਖੋ ਹਾਲਾਤ ਵੇਖੋ। ਇਹ ਗੁਰੂ ਦੀ ਨਗਰੀ ਦੇ ਨਾਂ ਦੇ ਪ੍ਰਸਿੱਧ ਨਗਰੀ, ਸਿੱਖੀ ਦੇ ਧੁਰੇ ਵਜੋਂ ਜਾਣੀ ਜਾਂਦੀ ਹੈ ਨਗਰੀ, ਜਿਹਦੇ ਵਿੱਚ ਨਸ਼ੇ ਦੀ ਦਲਦਲ ਆ, ਜਾਲ ਬੁਣਿਆ ਆ। ਵੱਡੇ ਵੱਡੇ ਅਫਸਰ ਇੱਥੇ ਆ ਕੇ ਹਫ਼ਤੇ ਇਕੱਠੇ ਕਰਕੇ ਪੈਸੇ ਖਾਂਦੇ ਨੇ ਔਰ ਕੋਈ ਕਾਰਵਾਈ ਨਹੀਂ ਹੁੰਦੀ। ਜੇ ਪੰਚਾਇਤਾਂ ਦੀ ਗੱਲ ਕਰਾਂ, ਪਿੰਡ ਦੇ ਮੋਹਤਵਾਰਾਂ ਦੀ ਗੱਲ ਕਰਾਂ, ਸ਼ਾਮਾਂ ਤੱਕ ਤੁਸੀਂ ਇਹ ਮਹੱਲੇ ਵਾਲੇ ਖਲੋਤੇ ਆ, ਪੁੱਛ ਲਓ, ਸ਼ਾਮਾਂ ਤੱਕ ਅਮਲੀ ਠਾਣੇ ਨਹੀਂ ਦਿੰਦਾ। ਸ਼ਾਮਾਂ ਨੂੰ ਅਮਲੀ ਫੇਰ ਛੁੱਟ ਕੇ ਘਰ ਆ ਜਾਂਦਾ, ਕਿਉਂਕਿ ਪੁਲਿਸ ਰਲੀ ਹੋਈ ਆ। ਪੁਲਿਸ ਦਾ ਸਾਰਾ ਸਿਸਟਮ ਜੋ ਨਕਾਰਾ ਹੋ ਚੁੱਕਿਆ ਵਾ। ਇਹ ਲੱਖ ਲਾਹਨਤ ਉਹਨਾਂ ਲੋਕਾਂ ਦੇ ਜਿਹੜੇ ਨਸ਼ਈਆਂ ਦੀਆਂ ਜਾ ਕੇ ਜ਼ਮਾਨਤਾਂ ਭਰਦੇ ਨੇ। ਲੱਖ ਲਾਹਨਤ ਉਹਨਾਂ ਪੁਲਿਸ ਵਾਲਿਆਂ ਦੇ ਜਿਹੜੇ ਨਸ਼ਈਆਂ ਨੂੰ ਸ਼ਾਮ ਤੱਕ ਛੱਡ ਦਿੰਦੇ ਨੇ। ਲੱਖ ਲਾਹਨਤ ਇਹੋ ਜਿਹੇ ਪ੍ਰਸ਼ਾਸਨ ਦੇ। ਲੱਖ ਲਾਹਨਤ ਹਲਕੇ ਦੇ MLA ਰਮਨਜੀਤ ਸਿੰਘ ਸਿੱਕੀ ਦੇ, ਜਿਹੜਾ ਕਹਿੰਦਾ ਮੈਂ ਗੁਰਸਿੱਖ ਆ। ਉਹ ਤੂੰ ਜੇ ਗੁਰਸਿੱਖ ਆ ਤਾਂ ਤੇਰੇ ਇਲਾਕੇ 'ਚ 130 ਲੋਕ ਦਾਰੂ ਨਾਲ ਮਰ ਜਾਣ। ਇਹੀ ਉਹੀ ਇਲਾਕਾ ਵਾ ਜਿੱਥੇ ਦਾਰੂ ਵਿਕਦੀ ਆ। ਇਹ ਉਹੀ ਇਲਾਕਾ ਵਾ ਜਿੱਥੇ ਸਮੈਕ ਸ਼ਰੇਆਮ ਵਿਕਦੀ ਆ। ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ। ਚੰਨੀ ਵਰਗਾ ਲੋਕਾਂ ਨੂੰ ਰੋਜ਼ ਬਿਆਨਬਾਜ਼ੀ ਕਰਦਾ ਮੁੱਖ ਮੰਤਰੀ, ਇਹ ਦੱਸੇ ਆ ਕੇ ਕਿ ਇਹ ਬੱਚੇ ਦੇ ਨਾਲ ਜੋ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਆ। ਇਹ ਕਿੱਦਾਂ ਇਹਨਾਂ ਦੇ ਪਰਿਵਾਰ ਦੀ ਇਹ ਭਰਪਾਈ ਹੋਊਗੀ। ਮਾਸੀ ਦੇ ਉੱਤੇ ਲੱਗਾ ਇਹ ਕਲੰਕ ਕੌਣ ਧੋਊਗਾ, ਕਿਉਂਕਿ ਇਹ ਲੜਕੀ ਮਾਸੀ ਕੋਲ ਰਹਿ ਰਹੀ ਸੀ। ਕਿੱਡੀ ਵੱਡੀ ਇਹ ਵਾਰਦਾਤ ਆ। ਔਰ ਅੱਜ 5 ਦਿਨਾਂ ਬਾਅਦ ਜਦੋਂ ਇਹ ਲੜਕੀ ਮਿਲੀ ਆ, ਤਾਂ ਸਾਨੂੰ ਗੋਇੰਦਵਾਲ ਵਾਲਿਆਂ ਨੂੰ, ਗੋਇੰਦਵਾਲ ਦੇ ਹੁੰਦਿਆਂ ਹੋਇਆ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ ਕਿ ਇਤਿਹਾਸਕ ਨਗਰ ਦੇ ਵਿੱਚ ਗੰਦਗੀ ਦਾ ਜਾਲ ਬਹੁਤ ਵੱਡੇ ਮਾਧਿਅਮ ਤੇ ਪੈ ਚੁੱਕਾ ਵਾ। ਮੈਂ ਤਾਂ ਪ੍ਰਸ਼ਾਸਨ ਤੋਂ ਹਜੇ ਵੀ ਮੈਂ ਮੰਗ ਕਰਦਾ ਕਿ ਇਹਨਾਂ ਮੁਲਜ਼ਮਾਂ ਨੂੰ ਤੁਰੰਤ ਫੜਿਆ ਜਾਵੇ, ਫੜ ਕੇ ਇਹਨਾਂ ਨੂੰ ਟੰਗਿਆ ਜਾਵੇ, ਤਾਂ ਜੋ ਕਿ ਅਗਲੇ ਬੰਨੇ ਅਗਲੇ ਅਮਲੀ ਜੋ ਵੀ ਇੱਥੇ ਕੋਈ ਕਾਰਵਾਈ ਹੋਈ ਆ, ਜਿਹਨੇ ਵੀ ਕੀਤੀ ਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦੇਣਾ ਚਾਹੀਦਾ। ਮੈਂ SSP ਸਾਹਿਬ ਤਰਨਤਾਰਨ ਤੋਂ ਮੰਗ ਕਰਦਾ, DIG ਪੰਜਾਬ ਤੋਂ ਮੰਗ ਕਰਦਾ। ਬਹੁਤ ਹੀ ਮੰਦਭਾਗਾ ਵਾ ਇਹ ਸਾਰੀ ਵਾਰਦਾਤ। ਧੰਨਵਾद। सभी का धन्यवाद। और बहुत सी बातें हुई और पिछले 1 साल से जो ये आंदोलन चल रहा है, इस पे आप सब लोगों को जानकारी है कि क्या क्या इशू, क्या क्या मुद्दे हैं। और अभी जो लेटेस्ट की नॉलेज है, जो SKM ने तय किया यहाँ पे मीटिंग में, वो जो 5 लोग तय किए हैं, एक कमेटी निर्धारित की। वो कमेटी भारत सरकार से बातचीत करेगी। वो ऑथेंटिक रूप से ऑथराइज कमेटी SKM की है। उसके नाम हम बता देते हैं। ये राज्यपाल जी हैं, जो सीनियर हमारे लीडर हैं, पंजाब से हैं। और शिव कुमार काका जी हैं, ये गुरनाम सिंह चढ़ूनी जी हैं, युद्धवीर सिंह जी हैं और अशोक धवले जी हैं। ये 5 लोगों की कमेटी बनाई है। जो भी सरकार से बातचीत करेंगे, किसी भी मसले पे बात होगी, तो यही कमेटी ऑथराइज रूप से सरकार से बातचीत करेगी। और अगली जो मीटिंग SKM की यहाँ पे होगी, वो 7 तारीख को होगी। यहाँ पे ही होगी, 11-12 बजे के आसपास का उसका टाइम रखा गया है। और 2 दिन में जो भी सरकार इनसे बातचीत करके अपना एजेंडा साफ करना चाहती है, वो पूरे देश भर के मुकदमे हैं, उनका एजेंडा हो, वो चाहे हिमाचल के मुकदमे हो या वो बेंगलोर के मुकदमे हो, क्योंकि मुकदमे एक जगह नहीं है, मुकदमे बहुत जगह है, पूरे प्रदेश भर के मुकदमे हैं। उन सब पे, क्योंकि हरियाणा में बातचीत कल हुई थी और हरियाणा की कमेटी बनी हुई है। अगर भारत सरकार या हरियाणा सरकार बातचीत करना चाहती है तो कमेटियां बनी हुई हैं, वही कमेटियां फिर बातचीत कर सकती हैं।
अपनी ये कमेटी बनेगी, ये कमेटी तय करती रहेगी किस किस स्टेट में किस किस को जाना है। ये कमेटी पूरे एसकेएम को बताती रहेगी और जहां पे भी जरूरत होगी, जो भी चीज की जरूरत होगी, इस कमेटी के माध्यम से सरकार हम तक संपर्क करे, इस कमेटी तक संपर्क करे। ये कमेटी एसकेएम को बताएगी। अगर उत्तर प्रदेश में बात करनी होगी तो ये कमेटी तय करेगी कि उत्तर प्रदेश में कौन बात करेगा, दिल्ली में कौन बात करेगा, हरियाणा में कौन बात करेगा, हिमाचल में, उत्तराखंड में कौन बात करेगा। ये कमेटी सबको बताती रहेगी। हमको यही बताना था कि अगली मीटिंग एसकेएम की 7 तारीख में होगी। और अभी शिवराम काका जी ये बताएं।